ਪ੍ਰਾਈਮ ਡਿਬੇਟ ਵਿੱਚ ਤੁਹਾਡਾ ਸਵਾਗਤ ਹੈ। ਅਸੀਂ ਯੂਰਪ ਵਿੱਚ ਸੰਗਤ ਟੈਲੀਵਿਜ਼ਨ ਅਤੇ ਉੱਤਰੀ ਅਮਰੀਕਾ ਵਿੱਚ ਗਲੋਬਲ ਪੰਜਾਬ ਦੇ ਦਰਸ਼ਕਾਂ ਦਾ ਵੀ ਸਵਾਗਤ ਕਰਦੇ ਹਾਂ। ਪੰਜਾਬ ਵਿੱਚ ਜ਼ਿਲ੍ਹਾ ਪ੍ਰੀਸ਼ਦਾਂ ਅਤੇ ਪੰਚਾਇਤ ਸਮਤੀਆਂ ਦੀਆਂ ਚੋਣਾਂ 19 ਮਈ ਨੂੰ ਹੋ ਰਹੀਆਂ ਨੇ। ਅੱਜ ਕਾਗਜ਼ ਵਾਪਸ ਲੈਣ ਦਾ ਆਖਰੀ ਦਿਨ ਸੀ। ਇਹਨਾਂ ਚੋਣਾਂ ਦੌਰਾਨ ਇੱਕ ਕਤਲ ਹੋ ਚੁੱਕਿਆ ਹੈ। ਕਈ ਥਾਵਾਂ ਤੋਂ ਹਿੰਸਾ ਦੀਆਂ ਖਬਰਾਂ ਆਈਆਂ ਨੇ। ਖਦਸ਼ਿਆਂ ਅਤੇ ਦਾਅਵਿਆਂ ਦਾ ਬਾਜ਼ਾਰ ਗਰਮ ਹੈ। ਹੁਕਮਰਾਨ ਗੱਠਜੋੜ ਆਪਣੀਆਂ ਚੋਣ ਜਿੱਤਾਂ ਦਾ ਰੁਝਾਨ ਜਾਰੀ ਰੱਖਣ ਦਾ ਦਾਅਵਾ ਕਰ ਰਿਹਾ ਹੈ। ਵਿਰੋਧੀ ਪਾਰਟੀਆਂ ਹਿੰਸਾ ਅਤੇ ਵਧੀਕੀਆਂ ਦਾ ਖਦਸ਼ਾ ਜਤਾ ਰਹੀਆਂ ਨੇ। ਇਹਨਾਂ ਹਾਲਾਤ ਵਿੱਚ ਇਹਨਾਂ ਚੋਣਾਂ ਦੀ ਕੀ ਅਹਿਮੀਅਤ ਹੈ? ਇਹਨਾਂ ਦੇ ਜਮਹੂਰੀਅਤ ਲਈ ਕੀ ਮਾਇਨੇ ਨੇ? ਪੰਜਾਬ ਵਿੱਚ ਪੰਚਾਇਤੀ ਚੋਣਾਂ ਤੋਂ ਪਹਿਲਾਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀ ਦੀਆਂ ਚੋਣਾਂ ਹੋ ਰਹੀਆਂ ਨੇ। ਪੰਜਾਬ ਵਿੱਚ 22 ਜ਼ਿਲ੍ਹਾ ਪ੍ਰੀਸ਼ਦਾਂ ਅਤੇ 145 ਪੰਚਾਇਤ ਸਮਿਤੀਆਂ ਨੇ। ਇਹਨਾਂ ਚੋਣਾਂ ਦਾ ਨੋਟੀਫਿਕੇਸ਼ਨ 3 ਮਈ ਨੂੰ ਜਾਰੀ ਹੋਇਆ ਸੀ। 8 ਮਈ ਕਾਗਜ਼ ਭਰਨ ਦੀ ਆਖਰੀ ਤਰੀਕ ਅਤੇ 9 ਮਈ ਕਾਗਜ਼ ਵਾਪਸ ਲਏ ਜਾਣ ਦੀ ਆਖਰੀ ਤਰੀਕ ਸੀ। ਇਸ ਤਰ੍ਹਾਂ ਹੁਣ ਚੋਣ ਮੁਕਾਬਲੇ ਦਾ ਦ੍ਰਿਸ਼ ਸਪਸ਼ਟ ਹੋ ਗਿਆ ਹੈ। 19 ਮਈ ਨੂੰ ਚੋਣਾਂ ਹੋਣ ਵਾਲੀਆਂ ਨੇ ਅਤੇ 21 ਮਈ ਨੂੰ ਗਿਣਤੀ ਹੋਣੀ ਹੈ। ਚੋਣਾਂ ਦਾ ਐਲਾਨ ਹੋਣ ਦੇ ਨਾਲ ਹੀ ਸਿਆਸੀ ਤਲਖੀ ਵੱਧ ਗਈ ਹੈ। ਹੁਣ ਤੱਕ ਪੱਟੀ ਵਿੱਚ ਇੱਕ ਕਤਲ ਹੋ ਚੁੱਕਿਆ ਹੈ। ਫਿਰੋਜ਼ਪੁਰ ਵਿੱਚ ਰਾਣਾ ਗੁਰਮੀਤ ਸੋਢੀ ਦੇ ਹਮਾਇਤੀਆਂ ਉੱਤੇ ਹਮਲਾ ਕੀਤਾ ਗਿਆ ਹੈ। ਇੱਕ ਬੰਦਾ ਗੋਲੀ ਲੱਗਣ ਕਾਰਨ ਜ਼ਖਮੀ ਹੋਇਆ ਹੈ। ਦੋਹਾਂ ਮਾਮਲਿਆਂ ਵਿੱਚ ਕਾਂਗਰਸ ਪੀੜਤ ਧਿਰ ਰਹੀ ਹੈ। ਦੋਹਾਂ ਮਾਮਲਿਆਂ ਵਿੱਚ ਹੁਕਮਰਾਨ ਸ਼੍ਰੋਮਣੀ ਅਕਾਲੀ ਦਲ ਦੇ ਹਮਾਇਤੀ ਮੁਲਜ਼ਮ ਨੇ। ਕਾਂਗਰਸ ਨੇ ਫਿਰੋਜ਼ਪੁਰ ਵਿੱਚ ਇਸ ਮੁੱਦੇ ਉੱਤੇ ਧਰਨਾ ਵੀ ਦਿੱਤਾ ਹੈ। ਇਹਨਾਂ ਚੋਣਾਂ ਨੂੰ ਪੰਜਾਬ ਦੀਆਂ ਦੋਵੇਂ ਅਹਿਮ ਧਿਰਾਂ ਵਕਾਰ ਦਾ ਸਵਾਲ ਬਣਾ ਰਹੀਆਂ ਨੇ। ਕਾਂਗਰਸ ਆਪਣੀ ਸਾਖ ਨੂੰ ਸੁਧਾਰਨ ਦਾ ਉਪਰਾਲਾ ਕਰ ਰਹੀ ਹੈ ਅਤੇ ਦੂਜੇ ਪਾਸੇ ਹੁਕਮਰਾਨ ਧਿਰ ਆਪਣੇ ਗਲਬੇ ਦੀ ਗਵਾਹੀ ਚੋਣ ਜਿੱਤ ਦੇ ਰੂਪ ਵਿੱਚ ਦੇਣਾ ਚਾਹੁੰਦੀ ਹੈ। ਇਹਨਾਂ ਚੋਣਾਂ ਵਿੱਚ ਪੈਸੇ ਅਤੇ ਬਾਹੂਬਲ ਦੀ ਵਰਤੋਂ ਦੀ ਚਰਚਾ ਸ਼ਰੇ-ਬਾਜ਼ਾਰ ਹੋ ਰਹੀ ਹੈ। ਇਹਨਾਂ ਹਾਲਾਤ ਵਿੱਚ ਇਹ ਚਰਚਾ ਨਜ਼ਰ ਅੰਦਾਜ਼ ਹੋ ਗਈ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀ ਦੀ ਮੌਜੂਦਾ ਰਾਜ ਪ੍ਰਬੰਧ ਦੀ ਕੀ ਅਹਿਮੀਅਤ ਹੈ। ਸੂਬਿਆਂ ਵਿੱਚ ਬੈਠ ਕੇ ਕੇਂਦਰ ਸਰਕਾਰ ਦੇ ਕੇਂਦਰੀਕਰਨ ਖਿਲਾਫ ਬੋਲਣ ਵਾਲੀਆਂ ਪਾਰਟੀਆਂ ਸੂਬੇ ਅੰਦਰਲੇ ਕੇਂਦਰੀਕਰਨ ਨੂੰ ਮਾੜਾ ਨਹੀਂ ਸਮਝਦੀਆਂ। ਨਤੀਜੇ ਵਜੋਂ ਜ਼ਿਲ੍ਹਾ ਪ੍ਰੀਸ਼ਦਾਂ ਅਤੇ ਪੰਚਾਇਤ ਸਮਿਤੀਆਂ ਨੁਮਾਇਸ਼ੀ ਹੋ ਕੇ ਰਹਿ ਗਈਆਂ ਨੇ। ਇਹ ਸੋਚਣਾ ਬਣਦਾ ਹੈ ਕਿ ਜ਼ਿਲ੍ਹਾ ਪ੍ਰੀਸ਼ਦਾਂ ਅਤੇ ਪੰਚਾਇਤ ਸਮਿਤੀਆਂ ਤੋਂ ਕੀ ਤਵੱਕੋ ਕੀਤੀ ਜਾਂਦੀ ਹੈ। ਇਸ ਤਵੱਕੋ ਦੇ ਪੂਰਾ ਹੋਣ ਦੀਆਂ ਕਿੰਨੀਆਂ ਕੁ ਸੰਭਾਵਨਾਵਾਂ ਨੇ? ਜੇ ਸੰਭਾਵਨਾਵਾਂ ਘੱਟ ਨੇ ਤਾਂ ਕੀ ਕਾਰਨ ਨੇ? ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀ ਦੀਆਂ ਚੋਣਾਂ ਵਿੱਚ ਅਹਿਮ ਮੁੱਦੇ ਕੀ ਹੋਣਗੇ? ਕੀ ਸਿਆਸੀ ਪਾਰਟੀਆਂ ਆਪਣੀ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਜਾਂ ਦੂਜੇ ਦੀ ਸਰਕਾਰ ਦੀਆਂ ਨਾਕਾਮਯਾਬੀਆਂ ਨੂੰ ਮੁੱਦਾ ਬਣਾਉਣਗੀਆਂ? ਕੀ ਇਹਨਾਂ ਚੋਣਾਂ ਦੇ ਆਪਣੇ ਵੱਖਰੇ ਮੁੱਦੇ ਹੋਣਗੇ? ਕਿਤੇ ਇੰਜ ਤਾਂ ਨਹੀਂ ਕਿ ਇਹ ਚੋਣਾਂ ਸਿਆਸੀ ਦਾਅ ਪੇਚਾਂ ਦਾ ਅਖਾੜਾ ਬਣ ਕੇ ਰਹਿ ਜਾਣ ਅਤੇ ਬਾਕੀ ਸਵਾਲਾਂ ਦੀ ਅਹਿਮੀਅਤ ਮਹਿਜ਼ ਕਾਗਜ਼ੀ ਰਹਿ ਜਾਏ? ਇਹਨਾਂ ਹੀ ਮਸਲਿਆਂ ਉੱਤੇ ਚਰਚਾ ਕਰਨ ਲਈ ਸਾਡੇ ਨਾਲ ਸਟੂਡੀਓ ਵਿੱਚ ਹਾਜ਼ਰ ਨੇ ਪ੍ਰੋਫੈਸਰ ਰਣਜੀਤ ਸਿੰਘ ਘੁੰਮਣ, ਜੋ ਅਰਥ ਸ਼ਾਸਤਰੀ ਨੇ ਅਤੇ ਅੱਜ ਕੱਲ੍ਹ ਕ੍ਰਿਡ ਵਿੱਚ ਕੰਮ ਕਰਦੇ ਨੇ, ਜਸਕੀਰਤ ਸਿੰਘ, ਜੋ ਪੰਜਾਬ ਇਲੈਕਸ਼ਨ ਵਾਚ ਨਾਂ ਦੀ ਜਥੇਬੰਦੀ ਨਾਲ ਕੰਮ ਕਰਦੇ ਨੇ, ਜਸਪਾਲ ਸਿੰਘ ਸਿੱਧੂ, ਜੋ ਸੀਨੀਅਰ ਪੱਤਰਕਾਰ ਨੇ। ਤੁਹਾਡਾ ਸਾਰਿਆਂ ਦਾ ਅੱਜ ਦੀ ਚਰਚਾ 'ਚ ਸਵਾਗਤ ਹੈ। ਘੁੰਮਣ ਸਾਹਿਬ, ਮੈਂ ਤੁਹਾਤੋਂ ਇਹ ਜਾਣਨਾ ਚਾਹਾਂਗਾ ਕਿ ਵੀ ਜਿਨ੍ਹਾਂ ਹਾਲਾਤ ਦੇ ਵਿੱਚ ਇਹ ਚੋਣਾਂ ਹੋ ਰਹੀਆਂ ਨੇ ਅਤੇ ਜੇ ਇਹਨੂੰ ਆਪਾਂ ਇਹ ਦੇਖਣਾ ਪਵੇ ਕਿਤਾਬ ਪੱਖੋਂ ਜਾਂ ਜਿਸ ਤਰੀਕੇ ਨਾਲ ਇਹਨਾਂ ਦੀ ਵਿਆਖਿਆ ਕੀਤੀ ਗਈ ਹੈ, ਆਪਾਂ ਕੀ ਤਵੱਕੋਂ ਕਰਦੇ ਹਾਂ ਇਹਨਾਂ ਚੋਣਾਂ ਤੋਂ? ਅਸਲ ਦੇ ਵਿੱਚ ਜਿਹੜੀਆਂ ਇਹ ਪੰਚਾਇਤੀ ਰਾਜ ਇੰਸਟੀਟਿਊਸ਼ਨਸ ਨੇ ਜੀ, ਜਿਹਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ, ਪੰਚਾਇਤ ਸਮਿਤੀ ਜਾਂ ਬਲਾਕ ਸਮਿਤੀ ਕਹਿ ਲਓ, ਜੀ, ਔਰ ਨਾਲ ਪੰਚਾਇਤਾਂ ਆਉਂਦੀਆਂ ਨੇ, ਜੀ, ਇਹਨਾਂ ਦੀ ਇੱਕ ਵਿਸ਼ੇਸ਼ ਭੂਮਿਕਾ ਜਿਹੜੀ ਹੈ ਉਹ ਰਹੀ ਹੈ ਵਿਕਾਸ ਦੇ ਵਿੱਚ। ਜੀ, ਤੇ ਇਹ ਜਦੋਂ ਥਿਓਰੈਟੀਕਲੀ ਵੀ ਕਹਿ ਲਓ ਕਿ ਜਦੋਂ 1992 ਦੇ ਵਿੱਚ ਸੰਵਿਧਾਨ ਦੀ 73ਵੀਂ ਸੋਧ ਹੋਈ ਤਾਂ ਉਹਦੇ ਵਿੱਚ ਇਹ ਤੈਅ ਕੀਤਾ ਗਿਆ ਕਿ ਪੰਚਾਇਤਾਂ, ਕਿਉਂਕਿ ਪਿੰਡ ਜਿਹੜੇ ਨੇ ਉਹ ਵਿਕਾਸ ਦਾ ਧੁਰਾ ਨੇ, ਤੇ ਜੇ ਹਿੰਦੁਸਤਾਨ ਨੇ ਵਿਕਾਸ ਕਰਨਾ ਤੇ ਪਿੰਡ ਦਾ ਵਿਕਾਸ ਜਿਹੜਾ ਉਹ ਬੜਾ ਲਾਜ਼ਮੀ ਹੈ। ਮਹਾਤਮਾ ਗਾਂਧੀ ਵੀ ਇਹ ਕਹਿੰਦੇ ਸੀਗੇ। ਉਸ ਤੋਂ ਬਾਅਦ ਜਿਹੜੇ ਰਾਜੀਵ ਗਾਂਧੀ, ਉਹਨਾਂ ਨੇ, ਪਰ ਨਰਸਿਮਹਾ ਰਾਓ ਦੇ ਵੇਲੇ ਇਹ ਜਿਹੜਾ ਐਕਟ ਜਿਹੜਾ ਬਣਿਆ, ਔਰ ਉਹਦੇ ਵਿੱਚ ਇਹ ਸੀਗਾ ਕਿ ਪੰਚਾਇਤਾਂ ਨੂੰ ਵੱਧ ਤੋਂ ਵੱਧ ਜਿਹੜੇ ਫੰਕਸ਼ਨਰੀਜ਼ ਤੇ ਫੰਡਸ ਦਿਓ ਤਾਂ ਕਿ ਪਿੰਡਾਂ ਦਾ ਵਿਕਾਸ ਜਿਹੜਾ ਹੋ ਸਕੇ ਤੇ ਉਹ ਇੱਕ ਡੀਸੈਂਟਰਲਾਈਜ਼ਡ ਢੰਗ ਨਾਲ ਪਿੰਡਾਂ ਦਾ ਵਿਕਾਸ ਪਿੰਡਾਂ ਦੀ ਮਰਜ਼ੀ ਨਾਲ, ਔਰ ਜਿਹੜੀ ਪਲੈਨਿੰਗ ਵੀ ਹੈ ਉਹ ਥੱਲਿਓਂ ਉੱਪਰ ਨੂੰ ਜਾਵੇ। ਸੋ ਇਹ ਜਿਹੜਾ ਮਸਲਾ ਸੀਗਾ, ਇਹਦੇ ਤੋਂ ਕਾਫੀ ਤਵੱਕੋ ਸੀ ਲੋਕਾਂ ਨੂੰ, ਕਾਫੀ ਉਮੀਦਾਂ ਵੀ ਸੀਗੀਆਂ। ਬੜਾ ਇੱਕ ਰੈਵੋਲੂਸ਼ਨਰੀ ਸਟੈਪ ਸੀ। ਪਰ ਅਸਲ ਦੇ ਵਿੱਚ ਹੋਇਆ ਇਹ ਕਿ ਭਾਵੇਂ ਪੰਜਾਬ ਨੇ ਵੀ 1994 ਦੇ ਵਿੱਚ ਇੱਕ ਜਿਹੜਾ ਐਕਟ, ਜਿਹੜਾ ਪੰਚਾਇਤੀ ਰਾਜ ਐਕਟ, ਉਹੀ ਅਡਾਪਟ ਕਰਕੇ ਤੇ ਆਪਣਾ ਬਣਾ ਲਿਆ, ਤੇ ਉਹਦੇ ਤਹਿਤ ਬੜੇ ਦੇਰ ਬਾਅਦ, ਕਾਫੀ ਸਾਲਾਂ ਬਾਅਦ ਫਿਰ ਇਹਨਾਂ ਨੇ 29 ਜਿਹੜੇ ਫੰਕਸ਼ਨ ਸੀਗੇ ਉਹ ਪੰਚਾਇਤਾਂ ਨੂੰ ਦੇ ਦਿੱਤੇ। ਪਰ ਹਕੀਕਤ ਇਹ ਹੈ ਕਿ ਉਹਨਾਂ ਵਿੱਚੋਂ ਅਸਲ ਦੇ ਵਿੱਚ 29 ਚੋਂ 6-7 ਹੀ ਅਜੇ ਦਿੱਤੇ ਗਏ ਨੇ, ਔਰ ਉਹ ਫੰਕਸ਼ਨ ਤਾਂ ਦੇ ਦਿੱਤੇ
ਪਰ ਫੰਕਸ਼ਨਰੀਜ਼ ਫੰਡਸ ਨਹੀਂ ਦਿੱਤੇ ਗਏ। ਕੰਮ ਦੀ ਜ਼ਿੰਮੇਵਾਰੀ ਦੇਤੀ ਪਰ ਕੰਮ ਕਰਨੇ ਕਾਹਦੇ ਨਾਲ ਨੇ, ਉਹ ਸਰਮਾਇਆ ਉਹਨਾਂ ਕੋਲ ਕਿੰਨਾਂ ਨੇ ਕਰਨੇ ਆ, ਕਿਹੜੇ ਸਾਧਨਾਂ ਨਾਲ ਕਰਨੇ, ਉਹ ਬਿਲਕੁਲ ਅਜੇ ਤੱਕ ਨਹੀਂ ਦਿੱਤੇ ਗਏ। ਤੇ ਹਕੀਕਤ ਇਹ ਹੈ ਕਿ ਉਹ ਜਿਹੜਾ ਡੀਸੈਂਟਰਲਾਈਜੇਸ਼ਨ ਹੋਣੀ ਸੀ ਉਹ ਡੀਸੈਂਟਰਲਾਈਜ਼ਡ ਨਾ ਰਹਿ ਕੇ ਇੱਕ ਸੈਂਟਰਲਾਈਜ਼ਡ ਪ੍ਰੋਸੈਸ ਹੀ ਰਹਿ ਗਿਆ। ਲੱਗਦਾ ਇਹ ਹੈ ਕਿ ਨਾ ਤਾਂ ਕੋਈ ਪੋਲੀਟੀਕਲ ਲੀਡਰ ਉੱਪਰ ਤੋਂ ਲੈ ਕੇ ਥੱਲੇ ਤੱਕ ਉਹ ਆਪਣੀਆਂ ਸ਼ਕਤੀਆਂ ਛੱਡਣਾ ਚਾਹੁੰਦੇ ਨੇ ਤੇ ਨਾ ਬਿਊਰੋਕ੍ਰੇਸੀ ਆਪਣੀਆਂ ਸ਼ਕਤੀਆਂ। ਜਦੋਂ ਇੱਥੇ ਆਪਾਂ ਇਹ ਗੱਲ ਕਰਦੇ ਹਾਂ ਕਿ ਉੱਪਰ ਤੋਂ ਲੈ ਕੇ ਥੱਲੇ ਤੱਕ, ਅਸੀਂ ਪ੍ਰਧਾਨ ਮੰਤਰੀ ਤੋਂ ਲੈ ਕੇ ਸਰਪੰਚ ਤੱਕ ਦੀ ਗੱਲ ਕਰ ਰਹੇ ਹਾਂ ਜਾਂ ਮੁੱਖ ਮੰਤਰੀ ਤੋਂ ਸਰਪੰਚ ਤੱਕ ਦੀ ਗੱਲ ਕਰ ਰਹੇ ਹਾਂ? ਜਦੋਂ ਤੋਂ ਆਪਾਂ ਸਟੇਟਾਂ ਦੀ ਗੱਲ ਕਰਦੇ ਹਾਂ ਤਾਂ ਇਹ ਜਿਹੜਾ 73ਵਾਂ ਐਕਟ ਹੈ, ਇਹ ਜਿਹੜਾ PRI ਆ, ਸਟੇਟ ਦਾ ਮਸਲਾ ਹੈਗਾ। ਇਸ ਮਾਮਲੇ ਦੇ ਵਿੱਚ ਆਪਾਂ ਮੁੱਖ ਮੰਤਰੀ ਤੋਂ ਲੈ ਕੇ ਸਰਪੰਚ ਤੱਕ ਦੀ ਗੱਲ ਕਰ ਰਹੇ ਹਾਂ। ਮੁੱਖ ਮੰਤਰੀ ਤੋਂ ਲੈ ਕੇ ਸਰਪੰਚ ਤੱਕ, ਸਰਪੰਚ ਤੋਂ ਪੰਚ ਤੱਕ ਤੇ ਪੰਚ ਤੋਂ ਗ੍ਰਾਮ ਸਭਾ ਤੱਕ, ਉੱਥੋਂ ਤੱਕ ਲਿਜਾਣਾ ਪਏਗਾ। ਜਿੰਨਾ ਚਿਰ ਤੱਕ ਆਪਾਂ ਨਾ ਤਾਂ ਮੁੱਖ ਮੰਤਰੀ ਆਪਣੀਆਂ ਸ਼ਕਤੀਆਂ ਛੱਡਣੀਆਂ ਚਾਹੁੰਦੇ ਨੇ, ਨਾ ਮੰਤਰੀ ਛੱਡਣੀਆਂ ਚਾਹੁੰਦੇ ਨੇ, ਨਾ MLA ਛੱਡਣੀਆਂ ਚਾਹੁੰਦੇ ਨੇ, ਤੇ ਜੇ ਕਦੇ ਉਹ ਬਣਦਾ ਕਿ ਜ਼ਿਲ੍ਹਾ ਪ੍ਰੀਸ਼ਦ ਦਾ ਪ੍ਰਧਾਨ ਜਾਂ ਉਹ, ਤੇ ਉਹ ਅੱਗੇ ਫਿਰ ਥੱਲੇ ਨਹੀਂ ਗੱਲ ਜਿਹੜੀ ਪਰਕੁਲੇਟ। ਤੁਹਾਡੀ ਗੱਲ ਸਪਸ਼ਟ ਹੋ ਗਈ, ਪਰ ਕਈ ਸਵਾਲ ਨੇ ਜਿਨ੍ਹਾਂ ਨਾਲ ਮੈਂ ਤੁਹਾਡੇ ਕੋਲ ਵਾਪਸ ਆਵਾਂਗਾ। ਪਹਿਲਾਂ ਜਸਕੀਰਤ ਜੀ, ਤੁਸੀਂ ਤੁਹਾਡੀ ਜਿਹੜੀ ਸੰਸਥਾ ਹੈ ਇਲੈਕਸ਼ਨ ਵਾਚ, ਉਹਦੀ ਚੋਣਾਂ ਦੇ ਵਿੱਚ ਬਹੁਤ ਦਿਲਚਸਪੀ ਰਹਿੰਦੀ ਹੈ। ਵਿਧਾਨ ਸਭਾ ਹੋਣ, ਲੋਕ ਸਭਾ ਚੋਣਾਂ ਹੋਣ, ਬਾਕੀ ਚੋਣ, ਜਦੋਂ ਤੁਸੀਂ ਇਹਨਾਂ ਚੋਣਾਂ ਦਾ ਅਧਿਐਨ ਕਰ ਰਹੇ ਹੋ ਤਾਂ ਤੁਹਾਡੇ ਲਈ ਕਿਹੜੇ ਨੁਕਤੇ ਅਹਿਮ ਬਣਦੇ ਨੇ? ਅਸੀਂ ਜਦੋਂ ਅਧਿਐਨ ਕਰਦੇ ਹਾਂ ਤੇ ਸਾਡਾ ਮੇਨ ਫੋਕਸ ਜਿਹੜਾ ਹੁੰਦਾ ਹੈ ਉਹ ਵੋਟਰ ਨੂੰ ਉਮੀਦਵਾਰਾਂ ਬਾਰੇ ਜਾਣਕਾਰੀ ਦੇਣਾ ਹੁੰਦਾ ਜੀ, ਕਿ ਉਮੀਦਵਾਰ ਜਿਹੜਾ ਹੈ ਉਹਨਾਂ ਦੀ ਆਪਸ ਵਿੱਚ ਰਿਲੇਟਿਵ ਪੋਜੀਸ਼ਨ ਕੀ ਹੈ, ਪੜ੍ਹਾਈ ਲਿਖਾਈ ਕਿਸ ਤਰ੍ਹਾਂ ਹੈ, ਉਹਨਾਂ ਦੇ ਉੱਤੇ ਕ੍ਰਿਮੀਨਲ ਕੇਸਸ ਕਿਸ ਤਰ੍ਹਾਂ ਦੇ, ਇਸ ਤਰ੍ਹਾਂ ਦਾ ਐਨਾਲਿਸਿਸ ਅਸੀਂ ਵੋਟਰਾਂ ਦੇ ਸਾਹਮਣੇ ਲੈ ਕੇ ਆਉਂਦੇ ਹਾਂ ਤਾਂ ਕਿ ਉਹ ਆਪਣੀ ਚੋਣ ਜਿਹੜੀ ਹੈ ਸੋਚ ਸਮਝ ਕੇ ਕਰ ਸਕਣ ਜੀ। ਹੁਣ ਸਟੇਟ ਇਲੈਕਸ਼ਨ ਕਮਿਸ਼ਨ ਜਿਹੜਾ ਹੈ ਉਹ ਜਿਹੜੇ ਕੈਂਡੀਡੇਟ, ਇਹਦਾ ਸੋਰਸ ਇਨਫੋਰਮੇਸ਼ਨ ਦਾ ਜਿਹੜਾ ਕੈਂਡੀਡੇਟ ਆਪ ਐਫੀਡੇਵਿਟ ਦਿੰਦਾ ਹੈ, ਸਵਰਨ ਐਫੀਡੇਵਿਟ ਹੁੰਦਾ ਹੈ, ਉਹ ਹੁੰਦਾ ਹੈ ਜੀ। ਤੇ ਸਟੇਟ ਇਲੈਕਸ਼ਨ ਕਮਿਸ਼ਨ ਜਿਹੜਾ ਹੈ ਉਹਨੇ ਅੱਜ ਤੱਕ ਇਹ ਐਫੀਡੇਵਿਟ ਜਿਹੜੇ ਹੈ ਉਹਨਾਂ ਨੂੰ ਵੋਟਰ ਤੱਕ ਪਹੁੰਚਾਉਣ ਵਾਸਤੇ ਕੋਈ ਉਪਰਾਲਾ ਨਹੀਂ ਕੀਤਾ। ਉਹ ਲਗਾਏ ਵੀ ਇਸ ਕਰਕੇ ਗਏ ਕਿ ਪਹਿਲੇ ਸੁਪਰੀਮ ਕੋਰਟ ਦੀ ਜਜਮੈਂਟ ਆਈ, ਫਿਰ ਉਹਦੇ ਬੇਸ ਤੇ ਹਾਈ ਕੋਰਟ 'ਚ ਕਿਸੇ ਨੇ PIL ਕੀਤੀ, ਉਹਦੇ ਬੇਸਿਸ ਤੇ ਉਹ ਫਾਈਨਲੀ ਲਾਗੂ ਹੋਏ। ਪਰ ਇਹਨਾਂ ਨੇ ਪਿਛਲੀਆਂ ਕਾਰਪੋਰੇਸ਼ਨ ਦੀਆਂ ਇਲੈਕਸ਼ਨ ਜਦੋਂ ਹੋਈਆਂ 4 ਕਾਰਪੋਰੇਸ਼ਨ, ਉਦੋਂ ਵੀ ਕਿਸੇ ਨੂੰ ਅਵੇਲੇਬਲ ਨਹੀਂ ਹੋਣ ਦਿੱਤੇ ਜੀ। ਹੁਣ ਪੰਚਾਇਤਾਂ ਦੀਆਂ ਇਲੈਕਸ਼ਨ ਹੋ ਰਹੀਆਂ ਤਾਂ ਮੈਨੂੰ ਕੋਈ ਉਮੀਦ ਨਹੀਂ ਹੈ। ਇਨਫੈਕਟ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਦੱਸਣਾ ਚਾਹੁੰਦਾ ਕਿ ਅਸੀਂ ਇੱਕ PIL ਕੀਤੀ ਸੀਗੀ ਥੋੜ੍ਹੇ ਦਿਨ ਪਹਿਲੇ ਹੀ, 30 ਅਪ੍ਰੈਲ ਨੂੰ। ਉਹਦੇ 'ਚ ਹਾਈ ਕੋਰਟ ਨੇ ਡਾਇਰੈਕਸ਼ਨਸ ਕੀਤੀਆਂ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਕਿ ਤੁਸੀਂ ਆਪਣੀ ਇੱਕ ਵੈਬਸਾਈਟ ਬਣਾਓ, ਉਹਦੇ ਉੱਪਰ ਇਹ ਇਨਫੋਰਮੇਸ਼ਨ ਜਿੰਨੀ ਵੀ ਹੈ ਸਾਰੀ ਜਿਹੜੀ ਅਵੇਲੇਬਲ ਕਰਾਓ। ਹਾਂਜੀ, ਹੁਣ ਵੈਬਸਾਈਟ ਤਾਂ ਬਣ ਗਈ ਹੈ ਪਰ ਉਹ ਸਾਰੇ ਪੇਜ ਉੱਤੇ ਅੰਡਰ ਕੰਸਟਰਕਸ਼ਨ ਲਿਖੇ ਹੋਏ ਆ। ਮੈਨੂੰ ਕੋਈ ਉਮੀਦ ਨਹੀਂ ਕਿ ਇਲੈਕਸ਼ਨਾਂ ਤੋਂ ਪਹਿਲੇ ਕੁਝ ਵੀ ਹੋ ਪਾਏਗਾ ਜੀ। ਸੋ ਅਸੀਂ ਕਾਫੀ ਨਿਰਾਸ਼ ਹਾਂ। ਤਕਨੀਕੀ ਪੱਖੋਂ ਦੇਖਿਆ ਜਾਵੇ ਜਿਹੜਾ ਕੰਮ ਹੈ ਤੇ ਆਪਾਂ ਇਹ ਤਵੱਕੋ ਨਹੀਂ ਕਰ ਸਕਦੇ ਕਿ 19 ਤਰੀਕ ਤੋਂ ਪਹਿਲਾਂ ਜੋ ਜਾਣਕਾਰੀ ਤੁਸੀਂ ਮੰਗ ਰਹੇ ਹੋ ਉਹ ਜਾਣਕਾਰੀ ਉਹ ਵੈਬਸਾਈਟ ਦੇ ਉੱਤੇ ਪਾਉਣਗੇ। ਹਾਂ, ਜੋ ਉਹਨਾਂ ਦੀ ਹਾਲੇ ਤੱਕ ਟਰੈਕ ਰਿਕਾਰਡ ਹੈ, ਜਿਸ ਤਰ੍ਹਾਂ ਉਹਨਾਂ ਨੇ ਕੰਮ ਕੀਤਾ ਸੋ ਫਾਰ, ਜਿੰਨਾ ਕੁ ਅਸੀਂ ਧੱਕਾ ਲਾਇਆ ਔਰ ਜਿੰਨਾ ਕੁ ਉਹਦਾ ਰਿਜ਼ਲਟ ਨਿਕਲਿਆ, ਉਹ ਤੋਂ ਵੀ ਸਾਨੂੰ ਬਹੁਤ ਘੱਟ ਉਮੀਦ ਹੈ। ਮਤਲਬ ਕੁੱਲ ਮਿਲਾ ਕੇ ਤੁਹਾਨੂੰ ਜਿਹੜਾ ਤੁਸੀਂ ਅਧਿਐਨ ਕਰਦੇ ਹੋ ਉਹਦੇ ਲਈ ਜਿਹੜੀ ਲੋੜੀਂਦੀ ਸਮੱਗਰੀ ਆ ਉਹੀ ਤੁਹਾਨੂੰ ਤੱਕ ਨਹੀਂ ਪਹੁੰਚੇਗੀ, ਨਹੀਂ ਮਿਲੇਗੀ। ਔਰ ਉਹ ਐਫੀਡੇਵਿਟ ਦਾ ਐਨਾਲਿਸਿਸ ਕਰਨ ਵਾਸਤੇ ਟਾਈਮ ਵੀ ਚਾਹੀਦਾ ਹੁੰਦਾ ਹੈ। ਮੈਨੂੰ ਤਾਂ ਇਹੀ ਲੱਗਦਾ ਕਿ ਉਹ ਐਫੀਡੇਵਿਟ ਨੂੰ ਕੋਈ ਵੀ ਦੇਖ ਨਹੀਂ ਪਾਏਗਾ, ਨਾ ਕੋਈ ਪੱਤਰਕਾਰ, ਨਾ ਅਸੀਂ, ਨਾ ਕੋਈ ਆਮ ਜਨਤਾ। ਉਹ ਫਾਈਲਾਂ ਦੇ ਵਿੱਚ ਹੀ ਬੰਦ ਰਹਿ ਜਾਣਗੇ, ਕੋਈ ਨਹੀਂ ਦੇਖ ਸਕੇਗਾ ਜੀ। ਮਤਲਬ ਉਹਦਾ ਜਿਹੜਾ ਜਿਸ ਕਾਰਨ ਉਹ ਲਿਆ ਗਿਆ ਉਹ ਕਾਰਨ ਬਿਲਕੁਲ ਹੀ ਨਜ਼ਰਅੰਦਾਜ਼ ਹੋ ਗਿਆ, ਨਿਊਟਰਲਾਈਜ਼ ਹੋ ਗਿਆ। ਸੁਪਰੀਮ ਕੋਰਟ ਦਾ ਡਾਇਰੈਕਸ਼ਨਸ ਜਿਹੜੀਆਂ ਉਹਦਾ ਕੋਈ ਮਤਲਬ ਫਾਇਦਾ ਔਨ ਦਾ ਗਰਾਊਂਡ ਨਹੀਂ ਹੋ ਪਾਇਆ। ਹਾਂਜੀ ਜਸਪਾਲ ਜੀ, ਜਿਨ੍ਹਾਂ ਹਾਲਾਤ ਦੇ ਵਿੱਚ ਚੋਣਾਂ ਹੋ ਰਹੀਆਂ ਨੇ ਤੇ ਜਿਸ ਤਰੀਕੇ ਨਾਲ ਇਹਨਾਂ ਚੋਣਾਂ ਬਾਰੇ ਚਰਚਾ ਹੋ ਰਹੀ ਹੈ, ਇਸ ਪੂਰੇ ਸਿਆਸੀ ਮਾਹੌਲ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਅਸਲ ਵਿੱਚ ਮੈਨੂੰ ਇਹ ਲੱਗ ਰਿਹਾ ਵੀ ਜਿਹੜਾ ਕੇਂਦਰੀਕਰਨ ਹੈ ਸਾਰਾ ਸਿਆਸਤ ਦਾ, ਉਹ ਤਾਂ ਬੜੀ ਤੇਜ਼ੀ ਨਾਲ ਹੋ ਰਿਹਾ। ਇੱਥੋਂ ਤੱਕ ਹੋ ਰਿਹਾ ਵੀ ਜਿਹੜੇ ਲੋਕਾਂ 'ਚ ਇੱਕ ਵਿਕੇਂਦਰੀਕਰਨ, ਪੰਚਾਇਤ ਤੱਕ ਕਿਸੇ ਨੇ ਪਾਵਰ ਕੀ ਜਾਣ ਦੇਣੀ ਹੈ, ਕੁਝ ਪਾਵਰ ਪਰਿਵਾਰਾਂ ਤੇ ਕੁਝ ਚੁਣੇ ਹੋਏ ਜਿਹੜੇ ਪਾਵਰ ਸੈਂਟਰ ਉਹਨਾਂ ਤੱਕ ਹੀ ਮਹਦੂਦ ਰਹਿ ਗਈ, ਖਾਸ ਕਰਕੇ ਪਰਿਵਾਰਾਂ ਤੱਕ ਹੀ ਹੋ ਗਈ ਹੈ। ਇਸੇ ਕਰਕੇ ਜਿਹੜਾ ਸਾਰਾ ਪ੍ਰੋਸੈਸ ਚੱਲ ਰਿਹਾ, ਮੈਨੂੰ ਇਹ ਲੱਗਦਾ ਵੀ ਇਹ ਜਿਹੜੀ ਕਾਂਗਰਸ ਤੇ ਅਕਾਲੀ ਦਲ ਦੀ ਰਸਾਕਸ਼ੀ ਆ, ਉਹਦੇ ਵਿੱਚੋਂ ਦੋਨਾਂ ਦੀ ਕੋਸ਼ਿਸ਼ ਇਹ ਹੈ ਵੀ ਕਿਸ ਤਰੀਕੇ ਨਾਲ ਆਪਦਾ ਇੱਕ ਨੈਟਵਰਕ ਤਿਆਰ ਕੀਤਾ ਜਾਵੇ ਆਉਂਦੀਆਂ ਪਾਰਲੀਮੈਂਟ ਜਾਂ ਅਸੈਂਬਲੀ ਦੇ ਇਲੈਕਸ਼ਨਾਂ ਲਈ। ਤੇ ਇਸ ਕਰਕੇ ਮੈਨੂੰ ਨਹੀਂ ਲੱਗਦਾ ਵੀ ਡੀਸੈਂਟਰਲਾਈਜੇਸ਼ਨ ਦਾ ਪ੍ਰੋਸੈਸ ਕੋਈ ਇਹਦੇ ਨਾਲ ਸ਼ੁਰੂ ਹੋ ਗਿਆ। ਮਤਲਬ ਇਹ ਚੋਣਾਂ ਦਾ ਤੁਹਾਨੂੰ ਵਿਕਾਸ ਨਾਲ ਜਾਂ ਲੋਕਾਂ ਦੇ ਮੁੱਦਿਆਂ ਨਾਲ ਕੋਈ ਉਸ ਮੁੱਦਿਆਂ ਨਾਲ ਕਿਸੇ ਕਿਸਮ ਦਾ ਨਹੀਂ, ਕਿਉਂਕਿ ਪਹਿਲਾਂ ਹੀ ਜਿਵੇਂ ਘੁੰਮਣ ਸਾਹਿਬ ਨੇ ਕਿਹਾ ਵੀ ਇਹਨਾਂ ਨੂੰ ਉਸ ਕਿਸਮ ਦੀ ਕੋਈ ਅਧਿਕਾਰ ਹਜੇ ਤੱਕ ਨਹੀਂ ਦਿੱਤੇ। ਇਸ ਕਰਕੇ ਸਾਰਾ ਜਿਹੜਾ ਪ੍ਰੋਸੈਸ ਹੈ ਇਹ ਮੈਨੂੰ ਲੱਗਦਾ ਵੀ ਇੱਕ ਖਾਸ ਕਿਸਮ ਦੀ ਵੱਡੀ ਇਲੈਕਸ਼ਨ ਲਈ ਰਿਹਰਸਲ ਦਾ ਹੀ ਕੰਮ ਕਰਦਾ, ਤੇ ਇਸ ਰਿਹਰਸਲ 'ਚ ਹੀ ਉਹ ਆਪਣੇ ਏਜੰਟ ਤਿਆਰ ਕਰਦੇ ਫੀਲਡ ਜਾ ਕੇ, ਤੇ ਇਸੇ ਚੀਜ਼ ਜਿਹੜੀ ਜ਼ੋਰ ਅਜਮਾਈ ਹੋ ਰਹੀ ਹੈ। ਤੇ ਮੈਨੂੰ ਇਹ ਲੱਗਦਾ ਵੀ ਇਹ
ਵਿਕੇਂਦਰੀਕਰਨ ਡੀਸੈਂਟਰਲਾਈਜੇਸ਼ਨ ਪਾਵਰ ਦਾ ਪ੍ਰੋਸੈਸ ਨਹੀਂ ਹੈ। ਜੀ। ਇਹ ਇੱਕ ਆਪਣੇ ਗੋਟੀਆਂ ਤੇ ਆਪਣੇ ਏਜੰਟ ਫੀਲਡ ਵਿੱਚ ਤਿਆਰ ਕਰਨ ਦਾ ਮਸਲਾ ਖੜਾ ਹੋਇਆ। ਹਾਂਜੀ, ਪਰ ਜਦੋਂ ਆਪਾਂ ਦੇਖਦੇ ਹਾਂ ਕਿ ਵੀ ਰਾਜ ਪ੍ਰਬੰਧ ਨੂੰ ਚਲਾਉਣ ਦੇ ਵਿੱਚ ਜੇ ਇਹਨਾਂ ਦੋਨਾਂ ਅਦਾਰਿਆਂ ਦੀ, ਪੰਚਾਇਤ ਸਮਤੀਆਂ ਦੀ ਤੇ ਜ਼ਿਲ੍ਹਾ ਪਰਿਸ਼ਦਾਂ ਦੀ ਉਨੀ ਅਹਿਮੀਅਤ ਨਹੀਂ ਹੈ ਜਿੰਨੀ ਅਹਿਮੀਅਤ ਘੱਟੋ ਘੱਟ ਸੰਵਿਧਾਨ ਦੀ ਜਿਹੜੀ 73ਵੀਂ ਸੋਧ ਆ ਉਹਦੇ ਵਿੱਚ ਤਵੱਕੂ ਕੀਤੀ ਜਾਂਦੀ ਸੀ, ਤੇ ਸਿਆਸੀ ਪਾਰਟੀਆਂ ਨੂੰ ਫਿਰ ਬਕਾਰ ਦਾ ਸਵਾਲ ਬਣਾ ਕੇ ਕਿਉਂ ਲੜਦੀਆਂ ਨੇ? ਪੰਜਾਬ ਦੇ ਵਿੱਚ ਹਿੰਸਾ ਹੋ ਰਹੀ ਹੈ, ਕਈ ਕਿਸਮ ਦੇ ਖਦਸ਼ੇ ਖੜੇ ਹੋਏ ਨੇ। ਬਕਾਰ ਦਾ ਸਵਾਲ ਇਸ ਕਰਕੇ ਹੋਇਆ ਵੀ ਉਹਨਾਂ ਨੇ ਆਪਣੇ ਏਜੰਟ ਨੂੰ ਪੋਲੀਟੀਕਲੀ ਪੈਟਰਨਾਈਜ਼ ਕਰਨਾ ਹੁੰਦਾ ਹੈ, ਦੂਜੇ ਪਾਸੇ ਦੂਜੇ ਬੰਦੇ ਪਰ ਉਹਦੇ ਲਈ ਚੋਣਾਂ ਦੀ ਕੀ ਲੋੜ ਪੈ ਗਈ? ਉਹਨਾਂ ਦੀ ਚੋਣਾਂ ਦੇ ਇੱਕ ਉਸ ਕਿਸਮ ਦੀ ਐਕਸਰਸਾਈਜ਼ ਹੈ, ਇੱਕ ਟ੍ਰੇਨਿੰਗ ਹੈ ਵੱਡੀਆਂ ਚੋਣਾਂ ਲਈ, ਇੱਕ ਟ੍ਰੇਨਿੰਗ ਫੀਲਡ ਹੈ। ਇੱਕ ਦਿਨ ਤਾਂ ਕਿਸੇ ਚੋਣ ਲਈ ਜਾਂ ਵੋਟਰਾਂ ਤੱਕ ਜਾਣ ਦਾ ਪ੍ਰੋਸੈਸ ਨਹੀਂ ਸ਼ੁਰੂ ਹੁੰਦਾ। ਕਿਸੇ ਕਿਸਮ ਨੂੰ ਫੀਲਡ ਦੇ ਵਿੱਚ ਟ੍ਰੇਨਿੰਗ ਚਾਹੀਦੀ ਹੈ ਕੈਂਡੀਡੇਟ ਨੂੰ। ਉਹ ਕੈਂਡੀਡੇਟ ਅੱਗੇ ਜਾ ਕੇ ਵੱਡੇ ਕੈਂਡੀਡੇਟ ਸੰਵਿਧਾਨ ਵੀ ਕਹਿੰਦਾ ਕਿ ਕਰਾਓ, ਇਹ ਲਾਜ਼ਮੀ ਹੈ ਚੋਣ ਕਰਾਉਣੀ। ਇਸ ਕਰਕੇ ਉਸ ਦੀ ਟ੍ਰੇਨਿੰਗ ਦਾ ਹੀ ਇੱਕ ਮੈਨੂੰ ਲੱਗਦਾ ਵੀ ਇਹ ਟ੍ਰੇਨਿੰਗ ਦਾ ਮਾਹੌਲ ਬਣ ਜਾਂਦਾ ਤੇ ਉਹਦੇ ਲਈ ਬੰਦੇ ਟ੍ਰੇਨਡ ਹੋ ਜਾਂਦੇ ਵੀ ਚੋਣ ਕਿਵੇਂ ਕਰਾਉਣੀ ਹੈ, ਚੋਣ ਦੇ ਵਿੱਚ ਕਿਹੜੀਆਂ ਸਾਰੀਆਂ ਲੋੜ ਮੁਤਾਬਕ ਹੇਰਾ ਫੇਰੀਆਂ ਦੀ ਵੀ ਲੋੜ ਪਵੇ ਕਿਵੇਂ ਕਰਨੀ ਹੈ, ਕਿਵੇਂ ਲੋਕਾਂ ਨੂੰ ਉਸ ਪੂਲਿੰਗ ਬੂਥ ਤੱਕ ਲੈ ਕੇ ਆਉਣਾ। ਇਹ ਸਾਰਾ ਪ੍ਰੋਸੈਸਰ ਆ, ਉਹਦੀ ਇੱਕ ਖਾਸ ਕਿਸਮ ਦੀ ਰਿਹਰਸਲ ਕਰੀ ਹੋ ਜਾਂਦੀ ਹੈ। ਸਾਹਿਬ, ਜਿਹੜਾ ਤੁਸੀਂ ਇੱਕ ਜਵਾਬ ਦਿੱਤਾ ਵਿੱਚ ਇਹ ਦਖਲ ਕਰਕੇ, ਉਹਦੇ ਦੇ ਵਿੱਚ ਇੱਕ ਸਵਾਲ ਇਹ ਲੁਕਿਆ ਹੋਇਆ ਕਿ ਵੀ ਜੇ ਸੰਵਿਧਾਨ ਕਹਿੰਦਾ ਕਿ ਵੀ ਇੰਨੀ ਦੇਰ ਮਗਰੋਂ ਚੋਣਾਂ ਕਰਵਾਓ, ਦੂਜਾ ਮਸਲਾ ਹੈ ਕਿ ਵੀ ਆਪਾਂ ਚੋਣਾਂ ਨੂੰ ਮੰਨਦੇ ਹਾਂ ਕਿ ਵੀ ਜਮਹੂਰੀਅਤ ਦਾ ਬਹੁਤ ਅਹਿਮ ਹਿੱਸਾ ਨੇ, ਇਹਨਾਂ ਦੋਨਾਂ ਗੱਲਾਂ ਦੇ ਵਿੱਚ ਕੋਈ ਮੇਲ ਬਣਦਾ? ਬਿਲਕੁਲ, ਇਹਨਾਂ 'ਚ ਬਹੁਤ ਜਿਹੜਾ ਨੇੜੇ ਦਾ ਸੰਬੰਧ ਹੈ ਕਿ ਇੱਕ ਪਾਸੇ ਸੰਵਿਧਾਨ ਕਹਿੰਦਾ ਕਿ 5 ਸਾਲ ਬਾਅਦ ਚੋਣਾਂ ਕਰਾਓ ਜੀ, ਦੂਜੇ ਪਾਸੇ ਜਿਹੜਾ ਜਮਹੂਰੀਅਤ ਹੈ, ਹਿੰਦੁਸਤਾਨ ਦੀ ਜਿਹੜੀ ਜਮਹੂਰੀਅਤ ਹੈ ਖੜੀ ਇਸੇ ਕਰਕੇ ਹੈ ਕਿ ਇੱਥੇ ਰੈਗੂਲਰਲੀ ਚੋਣਾਂ ਹੁੰਦੀਆਂ ਨੇ ਤੇ ਉਹਨਾਂ ਦੇ ਨਤੀਜੇ ਵੀ ਜਿਹੜੇ ਆ ਉਹ ਠੀਕ। ਪਰ 5 ਸਾਲ ਮਗਰੋਂ ਚੋਣਾਂ ਹੋ ਜਾਣ ਨਾਲ ਹੀ ਜਮਹੂਰੀਅਤ ਜਿਹੜੀ ਹੈ ਮਜ਼ਬੂਤ ਹੋ ਜਾਂਦੀ ਹੈ, ਜਾਂ ਜਿਹੜੇ ਤੁਸੀਂ ਬਾਕੀ ਸਵਾਲ ਨੇ ਉਹ ਵੀ ਇਹਦੇ ਨਾਲ ਜੁੜਦੇ ਨੇ? ਨਹੀਂ, ਇਹ ਤਾਂ ਇੱਕ ਕਹਿ ਲਓ ਕਿ ਨੈਸੈਸਰੀ ਕੰਡੀਸ਼ਨ ਹੈ ਜੀ। ਇੱਕ ਹੁੰਦੀ ਹੈ ਨੈਸੈਸਰੀ ਕੰਡੀਸ਼ਨ, ਆਪਾਂ ਸ਼ਰਤ ਪੂਰੀ ਕਰ ਲੈਂਦੇ, ਸ਼ਰਤ ਪੂਰੀ ਕਰ ਲਈ। ਇੱਕ ਹੁੰਦਾ ਸਫੀਸ਼ੀਐਂਟ ਕੰਡੀਸ਼ਨ, ਇਹ ਸਫੀਸ਼ੀਐਂਟ ਨਹੀਂ ਹੈ ਕਿ ਕਿਉਂਕਿ ਜਿੰਨਾ ਚਿਰ ਤੱਕ ਆਈਡੀਅਲ ਤੱਕ ਦਾ ਮਸਲਾ ਹਲੇ ਬਹੁਤ ਅੱਗੇ। ਯੈਸ, ਜਿੰਨਾ ਚਿਰ ਤੱਕ ਤੁਸੀਂ ਇਹਨਾਂ ਨੂੰ ਇਹ ਜਿਹੜੇ ਅੰਗ ਨੇ ਪੀਆਰਆਈਜ਼ ਦੇ ਜਾਂ ਸ਼ਹਿਰਾਂ 'ਚ ਲੋਕਲ ਬਾਡੀਜ਼ ਜਿਹੜੀ ਸੈਲਫ ਗਵਰਨਮੈਂਟ ਤਾਂ ਗਵਰਨੈਂਸ ਹੈ ਜਿਹੜੀ, ਜਿੰਨਾ ਚਿਰ ਤੱਕ ਇਹ ਇੱਥੋਂ ਤੱਕ ਨਹੀਂ ਲੈ ਕੇ ਜਾਂਦੇ ਉਹਨਾਂ ਚਿਰ ਤੱਕ ਜਮਹੂਰੀਅਤ ਜਿਹੜੀ ਹੈ ਉਹਨੂੰ ਅਸੀਂ ਸਹੀ ਮਾਇਨੇ 'ਚ ਜਮਹੂਰੀਅਤ ਨਹੀਂ ਕਹਿ ਸਕਦੇ। ਤੇ ਨਾ ਹੀ ਉਹਨਾਂ ਦਾ ਜਿਹੜਾ ਰੋਲ ਹੈ ਪਲੈਨਿੰਗ ਦੇ ਵਿੱਚ, ਵਿਕਾਸ ਦੇ ਵਿੱਚ, ਆਪਣੇ ਮੁੱਦੇ ਡਿਸਾਈਡ ਕਰਨ 'ਚ, ਉਹ ਨਾ ਹੀ ਉਹ ਉਸ ਤਰ੍ਹਾਂ ਹੋ ਸਕਦਾ ਹੈ। ਤੇ ਨਾ ਹੀ ਅੱਜ ਦੀ ਜਿਹੜੀ ਹੈ ਰਾਦਰੇ ਕਹਿ ਲਓ ਕਿ 1992 ਤੋਂ ਲੈ ਕੇ ਕਿਸੇ ਵੀ ਸਟੇਟ 'ਚ ਬਹੁਤ ਹੱਦ ਤੱਕ ਜਿਹੜਾ ਕੁਝ ਸਟੇਟਾਂ ਨੂੰ ਛੱਡ ਕੇ ਇਹਨਾਂ ਦਾ ਇਹ ਸਾਰੇ ਕੁਝ ਹਿੱਸਾ ਹੈ ਪੀਆਰਆਈਜ਼ ਦਾ, ਉਹਨੂੰ ਇੰਪੋਰਟੈਂਟ ਨਹੀਂ। ਕੁੱਲ ਮਿਲਾ ਕੇ ਆਪਾਂ ਇਹਨੂੰ ਇਹ ਕਹਿ ਸਕਦੇ ਹਾਂ ਕਿ ਜਿਹੜਾ ਕਾਨੂੰਨ ਲੋਕ ਸਭਾ ਤੋਂ ਲੈ ਕੇ ਵਿਧਾਨ ਸਭਾਵਾਂ ਤੱਕ ਬਣਾਉਂਦੀਆਂ ਨੇ, ਉਹਨੂੰ ਲਾਗੂ ਕਰਨ ਦੇ ਮਾਮਲੇ ਵਿੱਚ ਉਹਨਾਂ ਦੀ ਆਪਣੀ ਹੀ ਜਿਹੜੀ ਸੁਹਿਰਦਤਾ ਹੈਗੀ ਉਹ ਸਵਾਲਾਂ ਦੇ ਘੇਰੇ ਦੇ ਵਿੱਚ ਹੈ। ਬਿਲਕੁਲ। ਹਾਂਜੀ ਜਸਪਾਲ ਜੀ, ਜਿਹੜਾ ਇਹ ਇੱਕ ਗੱਲ ਹੈਗੀ ਹੈ ਕਿ ਚੋਣਾਂ ਨੂੰ ਆਪਾਂ ਇਹ ਮੰਨ ਲਿਆ ਕਿ ਵੀ ਇਹ ਬਹੁਤ ਅਹਿਮ ਮੌਕਾ ਹੈਗਾ ਜਮਹੂਰੀਅਤ ਦਾ, ਤੇ ਜਮਹੂਰੀਅਤ ਦੀ ਇੱਕ ਜਿਹੜੀ ਹੈਗੀ ਹੈ ਇਹ ਸ਼ਰਤ ਵੀ ਹੈਗੀ ਹੈ ਕਿ ਵੀ ਇਹ ਤੋਂ ਬਿਨਾਂ ਤੁਸੀਂ ਜਮਹੂਰੀਅਤ ਨਹੀਂ ਲਿਆ ਸਕਦੇ। ਪਰ ਨਾਲ ਜਿਹੜੇ ਰੁਝਾਨ ਦੀ ਤੁਸੀਂ ਗੱਲ ਕਰਦੇ ਹੋ, ਕਿਸ ਕਿਸਮ ਦਾ ਕੇਂਦਰੀਕਰਨ ਹੈ, ਕਿਸ ਕਿਸਮ ਨਾਲ ਜਿਹੜੀਆਂ ਬਣਦੀਆਂ ਸ਼ਕਤੀਆਂ ਨੇ ਉਹ ਇਹਨਾਂ ਅਦਾਰਿਆਂ ਨੂੰ ਨਹੀਂ ਦਿੱਤੀਆਂ ਗਈਆਂ, ਇਹ ਸਾਰਿਆਂ ਨੂੰ ਜੋੜ ਕੇ ਜਿਸ ਕਿਸਮ ਦਾ ਸਿਆਸੀਕਰਨ ਹੈ, ਜਿੰਨੀ ਪੰਜਾਬ ਦੇ ਵਿੱਚ ਇਸ ਵੇਲੇ ਸਿਆਸੀ ਤਲਖੀ ਹੈ, ਇਹਦੇ ਬਾਰੇ ਕੀ ਸਮਝ ਬਣ ਸਕਦੀ ਹੈ? ਜਿਹੜੀ ਸਿਆਸੀ ਸਮਝ ਇਹੀ ਬਣਦੀ ਹੈ ਵੀ ਇਸ ਪ੍ਰੋਸੈਸ ਦਾ ਜਿਹੜਾ ਸਾਰਾ ਸਿਸਟਮ ਹੈ, ਇਹਨਾਂ ਵਿੱਚ ਇਲੈਕਸ਼ਨ ਨੂੰ ਟੂਲ ਦੇ ਪਾਵਰ ਕੈਪਚਰ ਕਰਨ ਦੇ ਟੂਲ ਦੇ ਲੈਵਲ ਤੇ ਵਰਤਿਆ ਜਾਂਦਾ, ਬਟ ਵੱਖਰੀਆਂ ਤਹਿਾਂ ਤੇ, ਜਿਵੇਂ ਹੁਣ ਬਲਾਕ ਸੰਮਤੀ ਲੈਵਲ ਤੇ ਹੈ, ਪੰਚਾਇਤ ਸੰਮਤੀ ਲੈਵਲ ਤੇ ਹੈ, ਬਾਕੀ ਐਮਐਲਏ ਦੀ ਅਸੈਂਬਲੀ ਇਲੈਕਸ਼ਨ ਦੇ ਵਿੱਚ ਹੈ। ਇਸ ਕਰਕੇ ਇਹ ਪਾਵਰ ਨੂੰ ਕੈਪਚਰ ਕਰਨ ਦਾ ਜਾਂ ਉਹਦੇ ਉੱਤੇ ਗ੍ਰਿਪ ਕਰਨ ਦਾ ਇੱਕ ਖਾਸ ਕਿਸਮ ਦਾ ਤਰੀਕਾ ਨਿਕਲਿਆ ਆ। ਉਸ ਕਰਕੇ ਇੱਕ ਇਲੈਕਸ਼ਨ ਸਾਡੇ ਵਿੱਚ ਮਹਿਜ ਇੱਕ ਟੂਲ ਹੈ ਜਿਹੜੀ ਕਿ ਲੋਕਾਂ ਨੂੰ ਇੱਕ ਇਸ ਪਾਵਰ ਕੈਪਚਰਿੰਗ ਦੀ ਜਸਟੀਫਿਕੇਸ਼ਨ ਪ੍ਰਦਾਨ ਕਰਦੀ ਹੈ, ਜਾਂ ਕਿਤੇ ਕਿਸੇ ਨਾ ਕਿਸੇ ਪੱਧਰ ਤੇ ਉਹਨਾਂ ਨੂੰ ਸ਼ਮੂਲੀਅਤ ਦਾ ਮੌਕਾ ਸ਼ਮੂਲੀਅਤ ਵੀ ਦਿੰਦੀ ਹੈ। ਲੋਕਾਂ ਨੂੰ ਸ਼ਮੂਲੀਅਤ ਨਾਲ ਇਹ ਭਰਮ ਭੁਲੇਖਾ ਬਣਾਈ ਰੱਖਦੀ ਹੈ ਵੀ ਅਸੀਂ ਲੋਕਤੰਤਰ ਦੇ ਵਿੱਚ ਪਾਰਟਿਸਪੈਂਟ ਹੈ, ਪਾਰਟਿਸਪੇਟਰੀ ਸਾਡੀ ਡੈਮੋਕ੍ਰੇਸੀ ਹੈ। ਹਾਲਾਂਕਿ ਪਾਰਟਿਸਪੇਟਰੀ ਹੈ ਨਹੀਂ। ਜੇ ਪਾਰਟਿਸਪੇਟਰੀ ਡੈਮੋਕ੍ਰੇਸੀ ਹੁੰਦੀ ਤਾਂ ਇਹ ਫੈਮਲੀਆਂ ਦਾ ਜਾਂ ਡਾਇਨੈਸਟਿਕ ਰੂਲ ਨਹੀਂ ਖੜੇ ਹੋਣੇ ਸੀਗੇ। ਇਸ ਕਰਕੇ ਭਰਮ ਭੁਲੇਖਾ ਸਰਕਾਰਾਂ ਵੀ ਬਣਾ ਕੇ ਰੱਖਦੀਆਂ, ਜਾਂ ਜਿਹੜੀਆਂ ਪਾਰਟੀਆਂ ਰੂਲਰ ਹੈ ਉਹਨਾਂ ਦੀ ਇਹ ਲੋੜ ਹੈ ਵੀ ਇਹ ਭਰਮ ਭੁਲੇਖੇ ਬਣਾ ਕੇ ਰੱਖੇ ਜਾਣ। ਤੇ ਇਸ ਕਰਕੇ ਜਿਹੜਾ ਪ੍ਰੋਸੈਸ ਸ਼ੁਰੂ ਹੈ ਉਹਦੇ ਵਿੱਚ ਬਹੁਤ ਮਾਹਰ ਤਰੀਕੇ ਨਾਲ ਐਕਸਪਰਟੀਜ਼ ਇਸ ਕਿਸਮ ਦੀ ਹੋ ਗਈ ਵੀ ਕਿਸ ਤਰੀਕੇ ਨਾਲ ਟੂਲ ਦੇ ਲੈਵਲ ਤੇ ਇਲੈਕਸ਼ਨ ਕਰਵਾ ਕੇ ਜਾਂ ਇਲੈਕਸ਼ਨ ਦੇ ਚੱਕਰ ਵਿੱਚ ਲੋਕਾਂ ਨੂੰ ਪਾ ਕੇ ਪਿੰਡ ਪੱਧਰ ਤੇ ਵੰਡ ਕੇ, ਖੇਮਿਆਂ 'ਚ ਵੰਡ ਕੇ, ਇਸ ਵੰਡ ਨੂੰ ਤਾਹਾਂ ਤੱਕ ਲਿਜਾ ਕੇ ਕਿਸ ਤਰੀਕੇ ਨਾਲ ਤੁਸੀਂ ਕੁਰਸੀ ਤੱਕ ਪਹੁੰਚਣਾ ਹੈ। ਇਹ ਸਾਰਾ ਪ੍ਰੋਸੈਸ ਵਿੱਚ ਕਾਫੀ ਸਾਡੇ ਲੀਡਰਾਂ ਦੀ ਮਾਹਰਤਾ ਹੋ ਗਈ।
ਮੈਂ ਇਹ ਕਹਿਣ ਲੱਗਿਆ ਸੀ, ਇਹ ਭਰਮ ਭੁਲੇਖੇ ਵਾਲਾ ਵਰਡ ਇਹਨਾਂ ਨੇ ਬਹੁਤ ਸਹੀ ਯੂਜ਼ ਕੀਤਾ। ਇਹ ਵਾਕਈ ਫੈਕਟ ਹੈ ਕਿ ਡੈਮੋਕ੍ਰੇਸੀ ਦੇ ਵਿੱਚ ਕੁਝ ਹੱਦ ਤੱਕ ਜਾਂ ਕਾਫੀ ਹੱਦ ਤੱਕ ਜਿਹੜਾ ਹੈ ਉਹ ਸਾਡੇ ਦੇਸ਼ 'ਚ ਇਹ ਡੈਮੋਕ੍ਰੇਸੀ ਦਾ ਡਰਾਮਾ ਜ਼ਿਆਦਾ ਹੋ ਰਿਹਾ ਹੈ ਇਸ ਵੇਲੇ। ਐਕਚੁਅਲ ਡੈਮੋਕ੍ਰੇਸੀ ਜਿਹੜੀ ਆ ਉਹ ਥੋੜੀ ਜਿਹੀ ਖਰਾਬ ਹੋ ਰਹੀ ਹੈ ਜੀ। ਐਕਚੁਅਲ ਡੈਮੋਕ੍ਰੇਸੀ ਤੱਕ ਜਿਹੜਾ ਪਹੁੰਚਿਆ ਜਾਣ ਦੇ ਜਿਹੜੇ ਲਈ ਜ਼ਰੂਰੀ ਸ਼ਰਤਾਂ ਨੇ, ਉਹਦੇ ਵਿੱਚ ਚੋਣਾਂ ਦੇ ਮਾਮਲੇ 'ਚ ਤੁਸੀਂ ਕੀ ਸੋਚਦੇ ਹੋ? ਮੈਂ ਤਾਂ ਸਭ ਤੋਂ ਪਹਿਲੀ ਸ਼ਰਤ ਇਹ ਹੈ ਕਿ ਹੁਣ ਜਦੋਂ ਵੋਟਰ ਵੋਟ ਪਾਉਣ ਜਾਂਦਾ ਉਹਦੇ ਕੋਲ ਉਹਦੇ ਕੋਲ ਤਰੀਕਾ ਨਹੀਂ ਹੁੰਦਾ ਦੇਖਣ ਦਾ ਕਿ ਜਿਹੜੇ ਉਹਦੇ ਕੋਲ ਚੋਇਸਿਸ ਹੈਗੀਆਂ ਉਹ ਆਈਆਂ ਕਿੱਥੋਂ ਹੈ ਜੀ। ਉਹਨਾਂ ਨੂੰ ਟਿਕਟ ਕੌਣ ਦਿੰਦਾ? ਹਾਈ ਕਮਾਂਡ ਦਿੰਦੀ ਹੈ। ਹਾਈ ਕਮਾਂਡ ਕੀ ਹੈ? ਡਿਕਟੇਟਰ ਹਾਈ ਕਮਾਂਡ ਜੀ। ਉਹ ਜਦੋਂ ਟਿਕਟ ਹੀ ਜਿਹੜੀ 2-4 ਬੰਦਿਆਂ ਨੂੰ ਜਿਹੜੀ ਟਿਕਟ ਮਿਲੀ ਹੈ ਉਹਨਾਂ 'ਚੋਂ ਅਸੀਂ ਹੁਣ ਚੁਣਨੇ ਆ, ਤਾਂ ਅਸੀਂ ਤਾਂ ਬਸ ਇੱਕ ਮਤਲਬ ਜਿਹੜੀਆਂ ਪਾਰਟੀਆਂ ਦੇ ਅੰਦਰ ਜਮਹੂਰੀਅਤ ਨਹੀਂ ਹੈਗੀ ਹੈ, ਬਿਲਕੁਲ ਬਾਕੀ ਅਦਾਰਿਆਂ ਦੇ ਵਿੱਚ ਜਮਹੂਰੀਅਤ ਕਿਵੇਂ ਕਾਇਮ ਰਹਿਣ ਦੇਣਗੇ? ਬਿਲਕੁਲ। ਜੇ ਪਹਿਲੇ ਸਟੈਪ 'ਚ ਜਮਹੂਰੀਅਤ ਨਹੀਂ ਹੈ ਤਾਂ ਦੂਸਰਾ ਜਮਹੂਰੀਅਤ ਵਾਲਾ ਕਿਸ ਤਰ੍ਹਾਂ ਹੋ ਸਕਦਾ ਜੀ। ਸੋ ਲੋਕੀ ਕੀ ਕਰਦੇ ਉੱਥੇ ਜਾ ਕੇ? ਜਿਹੜੇ 2 ਚੋਂ ਜਾਂ 3 ਚੋਂ ਇੱਕ ਫਾਈਨਲ ਸਿਲੈਕਸ਼ਨ ਕਰਦੇ ਆ, ਸਿਰਫ ਸ਼ਾਰਟ ਲਿਸਟ ਚੋਂ ਇੱਕ ਫਾਈਨਲ ਜਿਹੜਾ ਕੈਂਡੀਡੇਟ ਸਿਲੈਕਟ ਕਰਦੇ ਆ, ਇੰਨਾ ਹੀ ਕੰਮ ਕਰਦੇ ਆ ਨਾ ਜੀ। ਘੁੰਮਣ ਸਾਹਿਬ, ਜੇ ਆਪਾਂ ਵਾਪਸ ਫਿਰ ਉੱਥੇ ਆ ਜਾਈਏ ਕਿ ਜਿਹੜਾ ਥਿਓਰੈਟੀਕਲ ਮਸਲਾ ਹੈਗਾ, ਜੇ ਪੰਜਾਬ ਦੇ ਵਿਕਾਸ ਦੇ ਪੱਖ ਤੋਂ ਇਹਨਾਂ ਚੋਣਾਂ ਨੂੰ ਦੇਖਣਾ ਹੋਵੇ ਤੇ ਆਦਰਸ਼ ਹਾਲਾਤ ਹੋਣ, ਤੁਹਾਨੂੰ ਕੀ ਲੱਗਦਾ ਹੈ ਕਿ ਕਿਹੜੇ ਮੁੱਦੇ ਨੇ, ਘੱਟੋ ਘੱਟ ਲੋਕਾਂ ਦੀ ਕਚਹਿਰੀ ਦੇ ਵਿੱਚ ਤਾਂ ਆਪਾਂ ਲਿਆਈਏ ਕਿ ਵੀ ਕਿਹੜੇ ਮੁੱਦੇ ਨੇ ਜਿਨ੍ਹਾਂ ਨੂੰ ਇਸ ਵੇਲੇ ਇਹਨਾਂ ਚੋਣਾਂ ਦਾ ਹਿੱਸਾ ਹੋਣਾ ਚਾਹੀਦਾ ਸੀ? ਦੇਖੋ, ਇਹ ਤੁਸੀਂ ਬਹੁਤ ਅੱਛਾ ਸਵਾਲ ਰੇਜ਼ ਕੀਤਾ ਹੈ। ਸਭ ਤੋਂ ਵੱਡਾ ਮੁੱਦਾ ਤਾਂ ਇਹ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਖੇਤੀ ਖੇਤਰ ਦਾ ਹਿੱਸਾ ਹੈ ਜੀ, ਆਮਦਨ ਵਿੱਚ ਜੀ, ਉਹ ਲਗਾਤਾਰ ਘਟ ਰਿਹਾ ਹੈ ਜੀ। ਪਰ ਖੇਤੀ ਖੇਤਰ 'ਚ ਲੱਗੀ ਜਿਹੜੀ ਕਿਰਤ ਹੈ ਉਹ ਅਜੇ ਵੀ ਕਾਫੀ ਜ਼ਿਆਦਾ ਹੈ। ਮਿਸਾਲ ਦੇ ਤੌਰ ਤੇ ਇਹ ਕਹਿ ਲਓ ਕਿ ਮੇਰਾ ਖਿਆਲ ਆ ਕਿ ਹੁਣ 18-19% ਮਸਾਂ ਪੰਜਾਬ ਦੀ ਜਿਹੜੀ ਆਮਦਨ ਦਾ 18% ਜਿਹੜਾ ਹੈਗਾ ਖੇਤੀ ਤੋਂ ਆ ਰਿਹਾ, ਪਰ ਆਬਾਦੀ ਜਿਹੜੀ ਹੈਗੀ ਉਹ 55-57% ਨਹੀਂ। ਆਬਾਦੀ ਜਿਹੜੀ ਹੋਰ ਤਰ੍ਹਾਂ, ਮੈਂ ਇਹਨੂੰ ਹੋਰ ਤਰ੍ਹਾਂ ਲੈਣਾ ਅਰਥਸ਼ਾਸਤਰੀ ਜੀ, ਕਿ ਜਿਹੜਾ ਪਿਛਲੇ ਅੰਕੜੇ ਸਾਨੂੰ ਦੱਸਦੇ ਸੀ ਕਿ ਕੋਈ 39% ਦੇ ਕਰੀਬ ਵਰਕਫੋਰਸ ਜਿਹੜੀ ਆ ਉਹ ਖੇਤੀ 'ਚ ਹੈ। ਹੁਣ ਜਿਹੜੇ 2011 ਦੇ ਅੰਕੜੇ, ਜਿਹੜੇ ਕੰਮ ਕਰਦੇ ਬੰਦੇ ਨੇ 39% ਉਹ ਆ ਗਏ, ਉਹ ਨੇ। ਪਰ ਜਿਹੜੀ ਆਬਾਦੀ ਆ ਉਹ ਤਾਂ ਅੱਜ ਵੀ ਜਿਹੜੀ ਪਿੰਡਾਂ 'ਚ ਜੇ ਆਬਾਦੀ ਲਈਏ ਤਾਂ ਉਹ ਤੁਹਾਡੀ ਬਣਦੀ ਹੈ ਕੋਈ 62%। ਤੇ ਉਹਦੇ ਵਿੱਚੋਂ ਕਾਫੀ ਹਿੱਸਾ ਜਿਹੜਾ ਉਹ ਖੇਤੀ ਤੇ ਹੀ ਨਿਰਭਰ ਹੈ। ਸੋ ਇਸ ਕਰਕੇ ਇੱਕ ਮੁੱਦਾ ਤੇ ਇਹ ਬਣਦਾ ਹੈ ਕਿ ਖੇਤੀ ਖੇਤਰ ਚੋਂ ਜਿਹੜੇ ਲੋਕ ਆਪਣੀ ਰੋਜੀ ਰੋਟੀ ਨਹੀਂ ਕਮਾ ਸਕਦੇ, ਤੁਹਾਡਾ ਪੜ੍ਹਿਆ ਲਿਖਿਆ ਯੂਥ ਜਿਹੜਾ ਉਹ ਪਿੰਡਾਂ 'ਚ ਬੇਰੁਜ਼ਗਾਰ ਹੈ, ਜਾਂ ਪਿੰਡਾਂ ਦੀ ਪੜ੍ਹਾਈ ਜਿਹੜੀ ਹੈ ਉਸ ਕਦਰ ਨਹੀਂ ਹੋ ਰਹੀ, ਜਾਂ ਪਿੰਡਾਂ ਦੇ ਸਿਹਤ ਸੇਵਾਵਾਂ ਉਸ ਕਦਰ ਨਹੀਂ ਹਨ, ਜਾਂ ਪਿੰਡਾਂ ਦੇ ਸੈਨੀਟੇਸ਼ਨ ਨਹੀਂ ਹੈ, ਜਾਂ ਪਿੰਡ ਨੂੰ ਇੱਕ ਯੂਜ਼ ਐਂਡ ਅਬਿਊਜ਼ ਵਾਲੇ ਸਮਝਿਆ ਜਾ ਰਿਹਾ ਕਿ ਪਿੰਡਾਂ ਨੂੰ ਵੋਟਾਂ ਵੇਲੇ ਯੂਜ਼ ਕਰੋ ਤੇ ਫਿਰ ਅਬਿਊਜ਼ ਕਰੋ। ਇਹ ਜਿਹੜਾ ਸਿਲਸਿਲਾ, ਇਹ ਸਾਰੇ ਮੁੱਦੇ ਜਿਹੜੇ ਆ ਇਹ ਪੰਚਾਇਤ ਇਲੈਕਸ਼ਨਾਂ 'ਚ ਜਾਂ ਬਲਾਕ ਸੰਮਤੀਆਂ ਜਾਂ ਜ਼ਿਲ੍ਹਾ ਪਰਿਸ਼ਦ ਦੇ ਵਿੱਚ ਆਉਣੇ ਚਾਹੀਦੇ ਆ। ਇੱਥੇ ਇੱਕ ਮੈਂ ਹੋਰ ਮਹੱਤਵਪੂਰਨ ਗੱਲ ਜਿਹੜੀ ਮੈਨੂੰ ਹੁਣ ਯਾਦ ਆ ਰਹੀ ਕਿ ਮਨੀ ਸ਼ੰਕਰ ਆਇਰ ਕਿਸੇ ਵੇਲੇ ਸੈਂਟਰ ਦੇ ਮਿਨਿਸਟਰ ਸੀ, ਪੰਚਾਇਤੀ ਰਾਜ ਤੇ ਯੂਥ ਤੇ ਇਸ ਤਰ੍ਹਾਂ ਸਪੋਰਟਸ ਦੇ। ਉਹਨਾਂ ਨੇ ਇੱਕ ਬੜੀ ਇੰਟਰਸਟਿੰਗ ਸਟੇਟਮੈਂਟ ਦਿੱਤੀ ਕਿ 5 ਸਾਲਾਂ ਬਾਅਦ ਲੋਕ ਇਹ ਫੈਸਲਾ ਕਰਦੇ ਨੇ ਕਿ ਕਿਹੜੀ ਪਾਰਟੀ ਨੂੰ ਰੂਲ ਕਰਨ ਦਾ ਹੱਕ ਦੇਣਾ, ਗਵਰਨਮੈਂਟ ਬਣਾਉਣ ਦਾ, ਭਾਵੇਂ ਸੈਂਟਰ 'ਚ ਹੋਵੇ ਤੇ ਭਾਵੇਂ ਸਟੇਟ 'ਚ ਹੋਵੇ। ਤੇ ਉਸ ਤੋਂ ਬਾਅਦ ਕੰਪਨੀਆਂ ਜਾਂ ਜਿਹੜੇ ਪ੍ਰਭਾਵਸ਼ਾਲੀ ਲੋਕ ਹੁੰਦੇ ਨੇ ਉਹ ਇਹ ਫੈਸਲਾ ਕਰਦੇ ਆ ਕਿ ਰੂਲ ਕਿਹਦੇ ਹੱਕ 'ਚ ਕਰਨਾ ਹੈ ਜਾਂ ਕਿਵੇਂ ਕਰਨਾ ਹੈ। ਸੋ ਮੈਨੂੰ ਲੱਗਦਾ ਕਿ ਲੋਕ ਇੱਕ ਕੰਟਰੈਕਟ ਦਿੰਦੇ ਨੇ। ਬਾਕੀ ਇਹਨਾਂ ਨੇ ਜਿਹੜੀ ਜਸਪ੍ਰੀਤ ਜੀ ਨੇ ਗੱਲ ਕੀਤੀ ਉਹ ਬੜੀ ਮਹੱਤਵਪੂਰਨ ਹੈ ਕਿ ਇਹ ਜਿਹੜਾ ਡੈਮੋਕ੍ਰੈਟਿਕ ਸੈਟਅਪ ਆ, ਮੈਂ ਤਾਂ ਇਹ ਸਮਝਦਾ ਕਿ ਡੈਮੋਕ੍ਰੇਸੀ ਤਾਂ ਦਾ ਤਰੀਕਾ ਤਾਂ ਇਹੋ ਹੀ ਹੈ ਕਿ ਇਲੈਕਸ਼ਨਾਂ ਜਿਹੜੀਆਂ ਉਹ ਡਿਫਰੈਂਟ ਲੇਅਰਸ ਤੋਂ ਲੈ ਕੇ ਕੀਤੀਆਂ ਜਾਣ, ਪਰ ਡੈਮੋਕ੍ਰੈਟਿਕ ਜਿਹੜਾ ਸੈਟਅਪ ਆ ਉਹ ਉਸ ਕਿਸਮ ਦਾ ਨਹੀਂ ਬਣ ਰਿਹਾ ਜਿਹੜਾ ਕਿ ਦੇਸ਼ ਦੇ ਵਿਕਾਸ ਵਿੱਚ ਇੱਕ ਨਿੱਗਰ ਹਿੱਸਾ ਪਾ ਸਕਦਾ ਹੈ। ਸੋ ਇਹ ਇਸ ਤੇ ਇੱਕ ਵੱਡਾ ਕੁਐਸਚਨ ਮਾਰਕ ਲੱਗਦਾ ਹੈ। ਜਸਪਾਲ ਜੀ, ਇਹ ਤਾਂ ਗੱਲ ਹੋਗੀ ਕਿ ਵੀ ਮਤਲਬ ਵੱਖਰੇ ਵੱਖਰੇ ਜਿਹੜੀਆਂ ਅਦਾਰਿਆਂ ਦੀਆਂ ਚੋਣਾਂ ਹੋਣੀਆਂ ਚਾਹੀਦੀਆਂ ਨੇ, ਉਹ ਤੋਂ ਬਿਨਾਂ ਜਮਹੂਰੀਅਤ ਨਹੀਂ ਆ ਸਕਦੀ। ਪਰ ਜਿਸ ਹਾਲਾਤ ਦੇ ਵਿੱਚ ਹੈਗੇ ਆ ਤੇ ਜਿਸ ਕਿਸਮ ਦੀ ਅਸੀਂ ਤਵੱਕੋਂ ਕਰਦੇ ਹਾਂ ਜਮਹੂਰੀਅਤ ਤੋਂ, ਉਹਦੇ ਵਿਚਕਾਰਲਾ ਜਿਹੜਾ ਪਾੜਾ ਹੈ ਉਹਨੂੰ ਕਿਵੇਂ ਪੂਰਿਆ ਜਾ ਸਕਦਾ ਹੈ? ਦੇਖੋ, ਇਸ ਪਾੜੇ ਨੂੰ ਤਾਂ ਪੂਰਿਆ ਜਾ ਸਕਦਾ ਜੇ ਪਿੰਡ ਲੈਵਲ ਉੱਤੇ ਇਸ ਗੱਲ ਤੋਂ ਲੋਕ ਕੌਨਸ਼ੀਅਸ ਹੋਣ ਵੀ ਗ੍ਰਾਮ ਸਭਾ ਜਿਵੇਂ ਹੈ, ਗ੍ਰਾਮ ਸਭਾ ਆਪਣੇ ਆਪ ਵਿੱਚ ਇੱਕ ਬਾਡੀ ਹੈ ਜਿਹਦੀ ਕਿ ਉਹ ਜਨਰਲ ਬਾਡੀ ਦੇ ਲੈਵਲ ਉੱਤੇ ਸਾਰਾ ਕੁਝ ਕਰਨਾ ਚਾਹੀਦਾ। ਉਹ ਕਿਸੇ ਨੂੰ ਹਜੇ ਤੱਕ ਨਹੀਂ ਪਤਾ, ਉਸ ਲੈਵਲ ਤੋਂ ਸ਼ੁਰੂ ਕਰਨਾ ਚਾਹੀਦਾ। ਵੈਸੇ ਹੀ ਇਹ ਉਲਟਾ ਕੰਮ ਕਰ ਦਿੱਤਾ, ਪਹਿਲਾਂ ਗ੍ਰਾਮ ਸਭਾ ਤੋਂ ਸ਼ੁਰੂ ਹੋ ਕੇ ਸਾਰਾ ਕੁਝ ਹੁੰਦਾ ਤਾਂ ਲੋਕਾਂ ਦੀ ਟ੍ਰੇਨਿੰਗ ਉੱਪਰ ਤੱਕ ਹੋ ਜਾਂਦੀ ਹੈ। ਇਹ ਜਿਹੜਾ ਉੱਪਰ ਤੋਂ ਥੱਲੇ ਨੂੰ ਸਿਸਟਮ ਲੈ ਆਂਦਾ, ਇਹਦਾ ਮਤਲਬ ਇਹ ਸਿਆਸੀਕਰਨ ਵੱਧ ਹੋ ਗਿਆ। ਇਸੇ ਕਰਕੇ ਸਾਰੇ ਮਸਲੇ ਹੋ ਰਹੇ ਆ। ਇਹ
ਸਿਆਸੀਕਰਨ ਜਾਣਬੁੱਝ ਕੇ ਉਲਟਾ ਕਰਕੇ ਕੀਤਾ ਗਿਆ ਮੇਰੇ ਨਹੀਂ ਮੁਤਾਬਕ। ਸਿਆਸੀਕਰਨ ਦੇ ਵੀ ਕਈ ਕਿਸਮ ਦੇ ਆਪਾਂ ਮਾਇਨੇ ਲੈਂਦੇ ਨਾ ਆ। ਇੱਕ positive ਮਾਇਨੇ ਨੇ, negative ਸਿਆਸੀਕਰਨ ਦੇ ਮਾਇਨੇ। ਇਹ ਨੇ ਹਾਂ, ਕਿ ਵੀ negative। ਤੁਹਾਡੀ ਜਿਹੜੀ ਵਫਾਦਾਰੀ ਆ ਉਹ ਇੱਕ ਧੜੇ ਨਾਲ, ਇੱਕ ਬੰਦੇ ਨਾਲ, ਇੱਕ ਪਾਰਟੀ ਨਾਲ, ਉਹ ਜੋ ਮਰਜ਼ੀ ਕਰੇ ਉਹਦੇ ਨਾਲ ਕਾਇਮ ਰਹੇਗੀ। ਇੱਕ ਸਿਆਸੀਕਰਨ ਇਹ ਹੈ। ਦੂਜਾ ਇਹ ਹੈ ਕਿ ਵੀ ਇਸ ਕਿਸਮ ਨਾਲ ਅਸੀਂ ਵਿਕਾਸ ਕਰਨਾ ਹੈ, ਇਸ ਕਿਸਮ ਨਾਲ ਅਸੀਂ ਮੁਲਕ ਨੂੰ ਅੱਗੇ ਲੈ ਕੇ ਜਾਣਾ ਹੈ। ਇਹ ਇੱਕ ਸਿਆਸਤ ਹੈ, ਜੋ ਵੀ ਇਹਨੂੰ ਲੈ ਕੇ ਜਾਏਗਾ ਅਸੀਂ ਉਹਦੇ ਨਾਲ। ਦੇਖੋ ਮੈਂ ਉਸ ਸਿਆਸਤ ਦੀ ਗੱਲ ਕਰਦਾ ਜਿਹਦੇ ਚ ਪਾਰਟਿਸਿਪੇਟਰੀ ਡੈਮੋਕ੍ਰੇਸੀ ਹੋਣੀ ਚਾਹੀਦੀ ਹੈ, ਜਿਹਦੇ ਵਿੱਚ ਜਿਹੜਾ ਪਾਰਟਿਸਿਪੇਟ ਕਰਦਾ ਵੋਟਰ ਹੈ ਉਹਨੂੰ ਪਤਾ ਹੋਵੇ ਵੀ ਟਰਾਂਸਪੇਰੈਂਸੀ ਕਿੱਥੇ ਹੈ, ਕਿੱਥੇ ਮੈਂ ਕੰਮ ਕਰ ਰਿਹਾ ਜਾਂ ਹੋ ਕੀ ਰਿਹਾ। ਜੀ ਜੇ ਉਹ ਹੀ ਇਸ ਸਾਰੇ ਪ੍ਰੋਸੈਸ ਵਿੱਚੋਂ ਆਪਦੀ ਵੋਟ ਪਾ ਕੇ ਆਪਦਾ ਮਤਦਾਨ ਕਰਕੇ ਬਾਹਰ ਨਿਕਲ ਗਿਆ, ਉਦੋਂ ਪਿੱਛੋਂ ਮੈਨੂਪੂਲੇਸ਼ਨ ਸ਼ੁਰੂ ਹੋ ਗਈ, ਫਿਰ ਇਹ ਪਾਰਟਿਸਿਪੇਟਰੀ ਡੈਮੋਕ੍ਰੇਸੀ ਨਹੀਂ ਹੈ। ਜੀ ਜਸਕੀਰਤ ਜੀ, ਜਿਹੜੀ ਗੱਲ ਆਪਾਂ ਸਾਰੇ ਕਰ ਰਹੇ ਹਾਂ ਉਹਦੇ ਵਿੱਚ ਇਹ ਕਿਤੇ ਨਾ ਕਿਤੇ ਆ ਰਹੀ ਹੈ ਕਿ ਵੀ ਜੇ ਜਿਹੜਾ ਵੋਟਰ ਹੈ ਉਹਦੇ ਕੋਲ ਜਾਣਕਾਰੀ ਹੋਵੇ ਤੇ ਉਹ ਚੰਗੀ ਚੋਣ ਕਰੇਗਾ ਤੇ ਫਿਰ ਜਮਹੂਰੀਅਤ ਮਜ਼ਬੂਤ ਹੋਏਗੀ। ਤੇ ਦੂਜਾ ਪਾਸਾ ਇਹ ਹੈ ਕਿ ਵੀ ਜਿਸ ਕਿਸਮ ਦੇ ਹਾਲਾਤ ਦੇ ਵਿੱਚ ਇਸ ਵੇਲੇ ਲੋਕ ਰਹਿ ਰਹੇ ਨੇ, ਪੂਰੇ ਮੁਲਕ ਦੇ ਵਿੱਚ ਭੁੱਖਮਰੀ ਦਾ ਮਸਲਾ ਹੈ, ਜਹਾਲਤ ਦਾ ਮਸਲਾ ਹੈ, ਥੋੜਾਂ ਦਾ ਮਸਲਾ ਹੈ, ਬੇਰੁਜ਼ਗਾਰੀ ਦਾ ਮਸਲਾ ਹੈ। ਇਹੀ ਉਹ ਮਸਲੇ ਨੇ ਜਿਹੜੇ ਆਬਾਦੀ ਨੂੰ ਵਲਨਰੇਬਲ ਬਣਾਉਂਦੇ ਨੇ ਕਿ ਤੁਸੀਂ ਜੋ ਸਾਹਮਣੇ ਵਾਲਾ ਤੁਹਾਨੂੰ ਕਹਿ ਰਿਹਾ ਉਹਦੀ ਗੱਲ ਮੰਨ ਲਓ। ਜਿਹੜੀਆਂ ਤੁਹਾਡੇ ਫੌਰੀ ਲੋੜਾਂ ਨੇ ਉਹ ਵੀ ਤੁਹਾਡੇ ਫੈਸਲਿਆਂ ਦੇ ਉੱਤੇ ਅਸਰਅੰਦਾਜ਼ ਹੁੰਦੀਆਂ ਨੇ। ਇਹ ਤਾਂ ਕੁੱਲ ਮਿਲਾ ਕੇ ਉਹ ਸਵਾਲ ਆ ਜਾਂਦਾ ਕਿ ਵੀ ਮੁਰਗੀ ਪਹਿਲਾਂ ਆਈ ਜਾਂ ਆਂਡਾ ਪਹਿਲਾਂ ਆਇਆ, ਵੀ ਉੱਪਰੋਂ ਪਹਿਲਾਂ ਦਰੁਸਤ ਹੋਵੇ ਜਾਂ ਹੇਠੋਂ ਪਹਿਲਾਂ ਦਰੁਸਤ ਹੋਵੇ। ਇਹਨੂੰ ਤੁਸੀਂ ਕਿਵੇਂ ਸੁਲਝਾਏਂਗੇ ਉਹ ਮਸਲੇ ਨੂੰ? ਜੀ ਇਹ ਤਾਂ ਬੜਾ ਵੱਡਾ ਸਵਾਲ ਹੈ, ਸਭ ਤੋਂ ਵੱਡਾ ਸਵਾਲ ਹੈ ਸ਼ਾਇਦ ਸਾਡੇ ਦੇਸ਼ ਦਾ, ਕਿ ਪਹਿਲਾਂ ਕਿਹੜੀ ਚੀਜ਼ ਨੂੰ ਠੀਕ ਕੀਤਾ ਜਾ ਸਕਦਾ, ਜੇ ਠੀਕ ਕੀਤਾ ਜਾ ਸਕਦਾ ਤਾਂ। ਜੀ ਤੇ ਹੁਣ ਗੱਲ ਇਸ ਤਰ੍ਹਾਂ ਹੈ ਕਿ ਲੋਕ ਜਿਹੜੇ ਹੈ ਉਹ ਤਾਂ ਵਲਨਰੇਬਲ ਹੈਗੇ ਹੀ ਹੈ, ਜਿਸ ਤਰ੍ਹਾਂ ਤੁਸੀਂ ਕਿਹਾ, ਤੇ ਉਹ ਆਪਣੇ ਸ਼ਾਰਟ ਟਰਮ ਇੰਟਰਸਟ ਨੂੰ ਹੀ ਦੇਖਦੇ ਆ। ਜਿਸ ਤਰ੍ਹਾਂ ਪਾਰਟੀਆਂ ਸ਼ਰਾਬ ਵੰਡਣ ਆਉਂਦੀਆਂ ਤਾਂ ਉਹ ਸ਼ਰਾਬ ਲੈ ਕੇ ਵੋਟ ਪਾ ਛੱਡਦੇ ਆ, ਜੇ ਉਹ ਪੈਸਾ ਵੰਡਦੇ ਆ ਤਾਂ ਉਹ 150 ਜਾਂ 500 ਹਜ਼ਾਰ ਜੋ ਵੀ ਚੱਲਦਾ ਉਹ ਲੈ ਕੇ ਵੋਟ ਪਾ ਛੱਡਦੇ ਆ। ਉਹਦੇ ਨਾਲ 5 ਸਾਲਾਂ ਵਾਸਤੇ ਅਸੀਂ ਆਪਣੀ ਲੌਂਗ ਟਰਮ ਇੰਟਰਸਟ ਨੂੰ ਵੇਚ ਦਿੰਦੇ ਆ ਬੇਸਿਕਲੀ, ਬੜੇ ਸਸਤੇ ਵਿੱਚ। ਜੀ ਤੇ ਉਹ ਚੀਜ਼ ਨੂੰ ਹੁਣ ਇਹਦਾ ਮੈਂ ਸਿਰਫ ਇਹਦੇ ਵਿੱਚ ਇੱਕ ਗੱਲ ਜੋੜਨਾ ਚਾਹਾਂਗਾ ਕਿ ਵੀ ਮੇਰਾ ਪਿੰਡ ਜਿਹੜਾ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਹੈ ਉਹ ਉਸ ਇਲਾਕੇ ਦੇ ਵਿੱਚ ਹੈ ਜਿੱਥੇ ਹਰੇ ਇਨਕਲਾਬ ਨੇ ਖਾਸੀ ਜਿਹੜਾ ਅਸਰਅੰਦਾਜ਼ ਹੋਇਆ, ਉਹਦੇ ਕਾਫੀ ਫਾਇਦੇ ਹੋਏ। ਸਾਨੂੰ ਕਈ ਕਿਸਮ ਦੀਆਂ ਜਿਹੜੀਆਂ ਸਮੱਸਿਆਵਾਂ ਹਰੇ ਇਨਕਲਾਬ ਨਾਲ ਜੁੜੀਆਂ ਹੋਈਆਂ ਨੇ ਉਹ ਸਾਡੇ ਇਲਾਕੇ 'ਚ ਨਹੀਂ ਆਈਆਂ, ਪਰ ਸਾਡੇ ਇਲਾਕੇ ਦੇ ਵਿੱਚ ਮੈਂ ਤੁਹਾਨੂੰ ਇਹ ਦੱਸ ਸਕਦਾ ਕਿ ਵੀ ਬਹੁਤ ਸਾਰੇ ਜਿਹੜੇ ਮਜ਼ਦੂਰਾਂ ਦੇ ਪਰਿਵਾਰ ਨੇ ਉਹਨਾਂ ਦੇ ਘਰੇ ਜਨਵਰੀ ਤੋਂ ਜਾ ਕੇ ਕਣਕ ਖਤਮ ਹੋਣੀ ਚਾਹੀਦੀ ਸ਼ੁਰੂ ਹੋ ਜਾਂਦੀ ਹੈ, ਜਿਹੜੀ ਕਿ ਜਾ ਕੇ ਅਪ੍ਰੈਲ 'ਚ ਆਉਣੀ ਹੋ ਸਕਦੀ ਆ। ਹੁਣ ਜਿਹੜੇ ਓਨੀਆਂ ਥੋੜਾ ਹੰਢਾ ਰਹੇ ਨੇ ਉਹਨਾਂ ਨੂੰ ਤਾਂ ਤੁਸੀਂ 2 ਪੀਪੇ ਕਣਕ ਨਾਲ ਵੀ ਕਹਿ ਸਕਦੇ ਹੋ, ਤੇ ਮੈਂ ਉਸ ਬੰਦੇ ਤੇ ਇਤਰਾਜ਼ ਨਹੀਂ ਕਰੂੰਗਾ ਜੇ ਕੋਈ ਜਿਹਨੂੰ ਕਣਕ ਚਾਹੀਦੀ ਹੋਵੇ ਕਿਸੇ ਤੋਂ ਕਣਕ ਲੈ ਕੇ ਵੋਟ ਪਾ ਦੇਵੇ। ਤੁਸੀਂ ਉਹਨੂੰ ਕੀ ਕਹੇਂਗੇ? ਨਹੀਂ, ਇਹ ਪਹਿਲਾਂ ਵਲਨਰੇਬਲ ਉਹਨਾਂ ਨੂੰ ਰੱਖਿਆ ਹੋਇਆ ਤਾਂ ਕਿ ਜੇ ਜਦੋਂ ਲੋੜ ਪਏ ਉਹਨੂੰ 2 ਪੀਪੇ ਦੇ ਕੇ ਤੇ ਖਰੀਦ ਲਿਆ ਜਾਵੇ, ਕਿਉਂਕਿ ਉਹਨੂੰ ਵਲਨਰੇਬਲ ਰਹਿਣਾ ਇਹਨਾਂ ਵਾਸਤੇ ਜਿਹੜੀ ਪਾਵਰ ਦੈਟ ਬੀ ਉਹਨਾਂ ਵਾਸਤੇ ਸੂਟੇਬਲ ਹੈ, ਉਹਨਾਂ ਨੂੰ ਫਾਇਦਾ ਉਸ ਚੀਜ਼ ਦਾ। ਸੋ ਜੇ ਉਹ ਥੋੜੇ ਜਿਹਾ ਉਹਨਾਂ ਦੇ ਜੇਬ 'ਚ ਕੁਝ ਹੋਏਗਾ ਤੇ ਉਹ ਇੰਨੇ ਸ਼ਾਰਟ ਟਰਮ ਇੰਟਰਸਟ ਨਹੀਂ ਦੇਖਣਗੇ, ਥੋੜਾ ਲੌਂਗ ਟਰਮ ਦੇਖਣ ਲੱਗ ਪੈਣਗੇ ਤੇ ਫਿਰ ਕੰਮ ਸਾਰਾ ਖਰਾਬ ਹੋ ਜਾਏਗਾ ਫॉर द ਪਾਵਰਸ ਦੈਟ ਬੀ। ਸੋ ਮੈਂ ਇਸ ਨੂੰ ਇਸ ਤਰੀਕੇ ਦੇਖਦਾ ਕਿ ਜੇ ਅਸੀਂ ਇਸ ਨੂੰ ਸੁਧਾਰਨਾ ਹੈ ਤਾਂ ਇੱਕ ਪਾਸੇ ਤਾਂ ਇਲੈਕਸ਼ਨ ਕਮਿਸ਼ਨ ਵਰਗੀਆਂ ਬਾਡੀਜ਼ ਨੂੰ ਥੋੜਾ ਜਿਹਾ ਨਾ ਇੰਡੀਪੈਂਡੈਂਟ ਹੋਣਾ ਪਏਗਾ, ਆਟੋਨੋਮਸ ਜਿਹੜਾ ਕਿ ਹੋਣਾ ਚਾਹੀਦਾ, ਪਰ ਲੱਗਦਾ ਨਹੀਂ ਹੈ। ਇਹ ਇਹਨਾਂ ਤੇ ਪਰਛਾਵੇਂ ਕਾਫੀ ਨਜ਼ਰ ਆਉਂਦੇ ਆ ਕਿ ਪਾਵਰਸ ਦੇ ਹੈਗੇ ਆ। ਪਰ ਪੰਜਾਬ ਦੀਆਂ ਵਿਧਾਨ ਸਭਾ ਦੇ ਚੋਣਾਂ ਦੇ ਵਿੱਚ ਇਹ ਬਹੁਤ ਜਿਹੜੀ ਸਿਫਤ ਕੀਤੀ ਗਈ ਸੀਗੀ, ਜਿਹੜਾ ਚੋਣ ਕਮਿਸ਼ਨ ਆ ਉਹਨੇ ਬਹੁਤ ਵਧੀਆ ਕੰਮ ਕੀਤਾ। ਜੀ ਬਿਲਕੁਲ ਅਸੀਂ ਆਪ ਸਿਫਤ ਕੀਤੀ ਹੈ ਔਰ ਵਿਧਾਨ ਸਭਾ ਤੱਕ ਉਹ ਚੀਜ਼ ਇੰਪਰੂਵ ਹੋਈ ਵੀ ਹੈ। ਸਾਨੂੰ ਜੋ ਲੱਗਦਾ ਹੈ ਕਿ ਵਿਧਾਨ ਸਭਾ ਔਰ ਲੋਕ ਸਭਾ ਦੀਆਂ ਇਲੈਕਸ਼ਨਸ ਜਿਹੜੀਆਂ ਪਹਿਲੇ ਨਾਲੋਂ ਕਾਫੀ ਇੰਪਰੂਵ ਹੋਈਆਂ, ਪਰ ਸਟੇਟ ਲੈਵਲ ਤੇ ਉਹ ਇੰਪਰੂਵ ਹੋਈਆਂ ਹੁਣ ਉਹਦਾ ਪਰ ਉਸੇ ਵਿਧਾਨ ਸਭਾ ਦੇ ਚੁਣੇ ਹੋਏ ਨੁਮਾਇੰਦੇ ਹੀ ਤਾਂ ਇਹ ਜਿਹੜੀਆਂ ਅਦਾਰਿਆਂ ਨੂੰ ਇਹਨਾਂ ਨੂੰ ਕੋਈ ਸ਼ਕਤੀ ਦੇਣ ਨੂੰ ਤਿਆਰ ਨਹੀਂ ਹੈਗੇ। ਨਹੀਂ, ਹੁਣ ਚੋਣਾਂ ਇੰਪਰੂਵ ਹੋਈਆਂ ਇੱਕ ਵਾਰੀ, ਆਪਾਂ ਕਿੰਨੀਆਂ ਚੋਣਾਂ ਕਰ ਚੁੱਕੇ ਆ, ਇੱਕ ਸਿਸਟਮ ਕਿੰਨੀਆਂ ਚੋਣਾਂ ਤੋਂ ਡਿਵੈਲਪ ਹੋ ਚੁੱਕਿਆ। ਜੇ ਇੱਕ ਵਾਰੀ ਥੋੜਾ ਜਿਹਾ ਆਪਾਂ 5% ਸੁਧਾਰ ਕਰ ਲਿਆ ਤਾਂ ਉਹਦਾ ਮਤਲਬ ਇਹ ਨਹੀਂ ਕਿ ਉਹ ਸਾਰਾ ਪੁਰਾਣਾ ਸਿਸਟਮ ਆਪਾਂ ਇੰਪਰੂਵ ਕਰ ਲਿਆ। ਹਾਂਜੀ ਕੁਮਨ ਸਾਹਿਬ, ਆਪਾਂ ਇਹ ਜਿਹੜੇ ਸਾਰੇ ਮੁੱਦਿਆਂ ਦੀ ਗੱਲ ਕਰ ਰਹੇ ਹਾਂ, ਲੋਕ ਸਭਾ ਚੋਣਾਂ ਹੋਣ ਤਾਂ ਵੀ ਇਹੀ ਮੁੱਦਿਆਂ ਦੀ ਗੱਲ ਹੁੰਦੀ ਹੈ ਕਿ ਵੀ ਕਿੱਦਾਂ ਜਿਹੜਾ ਸਾਡਾ ਰਾਜ ਪ੍ਰਬੰਧ ਆ ਉਹਦੇ ਵਿੱਚ ਗੜਬੜ ਹੈ। ਵਿਧਾਨ ਸਭਾ ਚੋਣਾਂ ਹੋਣ ਤਾਂ ਇਹੀ ਗੱਲ ਹੁਣ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਦੀਆਂ ਜਿਹੜੀਆਂ ਚੋਣਾਂ ਹੋ ਰਹੀਆਂ ਨੇ ਉਦੋਂ ਇਹ ਗੱਲ ਹੋ ਰਹੀਆਂ, ਫਿਰ ਪੰਚਾਇਤ ਦੇ ਮਾਮਲੇ ਦੇ ਵਿੱਚ ਇਹ ਗੱਲ ਹੋਣੀ ਹੈ। ਕੀ ਕੱਲੀ ਪੰਚਾਇਤ ਜਾਂ ਜ਼ਿਲ੍ਹਾ ਪਰਿਸ਼ਦ ਜਾਂ ਬਲਾਕ ਸੰਮਤੀ ਵਿੱਚ ਵਿਧਾਨ ਸਭਾ ਤੇ ਲੋਕ ਸਭਾ ਤੋਂ ਬਿਨਾਂ ਸੁਧਾਰ ਹੋ ਸਕਦਾ ਜਾਂ ਇਹ ਸੁਧਾਰ ਕਿੱਥੋਂ ਸ਼ੁਰੂ ਹੋਣਾ ਚਾਹੀਦਾ? ਜੇ ਤਾਂ ਇੱਕੋ ਫਿਕਰੇ 'ਚ ਕਹਿਣਾ ਹੋਵੇ ਤੇ ਬਿਲਕੁਲ ਨਹੀਂ ਹੋ ਸਕਦਾ ਜੀ। ਦੂਜਾ ਇਹ ਹੈ ਕਿ ਜਿਹੜਾ ਸੁਧਾਰ ਜਦੋਂ ਹੋਣਾ ਨਾ ਜੀ ਉਹ ਲੋਕਾਂ ਨੇ ਕਰਨਾ, ਲੋਕਾਂ ਨੇ ਆਪਣੀ ਲੜਾਈ ਆਪ ਲੜਨੀ ਹੈ ਜੀ। ਉਹਦੇ ਵਿੱਚ ਅਵੇਅਰਨੈਸ ਹੋ ਕੇ ਤੇ ਲੋਕਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਸਾਡੇ ਮੁੱਦੇ ਕੀ ਨੇ ਜੀ, ਕਲੈਕਟਿਵਲੀ, ਇੰਡੀਵਿਜੂਅਲੀ ਨਹੀਂ ਜੀ। ਤੇ ਜਦੋਂ ਮੁੱਦੇ ਹੁਣ ਮੇਰੇ ਅਨੁਸਾਰ ਪਿੰਡ ਦੇ ਜਿਹੜੇ ਮੁੱਦੇ ਨੇ ਪੰਜਾਬ ਦੇ, ਉਹ ਇਹ ਹੈ ਕਿ ਆਉਣ ਵਾਲੇ ਸਮੇਂ 'ਚ ਜਿਹੜਾ ਖੇਤੀ ਖੇਤਰ 'ਚੋਂ ਲੋਕ ਬਾਹਰ ਨਿਕਲ ਰਹੇ ਨੇ ਜੀ, ਉਹਨਾਂ ਦਾ ਜਿਹੜਾ ਕਿਤੇ ਦੂਜੇ ਖੇਤਰਾਂ 'ਚ ਰੁਜ਼ਗਾਰ ਮੁਹੱਈਆ ਕਿਵੇਂ ਕਰਾਉਣਾ। ਜੀ।
ਦੂਜਾ ਕਿ ਰੁਜ਼ਗਾਰ ਦੇ ਕਾਬਲ ਕਿਵੇਂ ਬਣਾਉਣਾ, ਉਹ ਰੁਜ਼ਗਾਰ ਦੇ ਕਾਬਲ ਨਹੀਂ ਹੈ ਜੀ। ਤੀਜਾ ਹੈ ਕਿ ਦੁਨੀਆ ਦੇ ਕਿਸੇ ਦੇਸ਼ ਨੇ ਜਾਂ ਖਿੱਤੇ ਨੇ ਐਜੂਕੇਸ਼ਨ ਤੇ ਹੈਲਥ ਤੋਂ ਬਿਨਾਂ ਕਦੀ ਕੋਈ ਤਰੱਕੀ ਨਹੀਂ ਕੀਤੀ ਜੀ। ਤੇ ਜੇ ਪਿੰਡ ਦੀ ਐਜੂਕੇਸ਼ਨ ਖਤਮ ਹੋ ਰਹੀ ਹੈ, ਪਿੰਡ ਦੀ ਹੈਲਥ ਜਿਹੜੀ ਹੈ ਉਹ ਸਿਸਟਮ ਠੀਕ ਨਹੀਂ ਚੱਲ ਰਿਹਾ, ਔਰ ਜਿਹੜਾ ਪਿੰਡ ਦਾ ਵਿਕਾਸ ਹੈ ਉਹਦੇ ਵਿੱਚ ਜਿਹੜੇ ਖੇਤੀ ਚੋਂ ਬਾਹਰ ਲੋਕ ਜਾ ਰਹੇ ਨੇ ਉਹਨਾਂ ਦੇ ਬਾਰੇ ਕੋਈ ਪਲੈਨਿੰਗ ਨਹੀਂ ਹੈ ਸਾਡੀ, ਤਾਂ ਇਹਦਾ ਮਤਲਬ ਹੈ ਕਿ ਉਹ ਜਿਹੜੀ ਟ੍ਰਾਂਜੀਸ਼ਨ ਹੈ ਬੜੀ ਪੇਨਫੁਲ ਹੋਏਗੀ। ਤੇ ਮੈਨੂੰ ਲੱਗਦਾ ਕਿ ਮੈਂ ਇਹ ਤਾਂ ਨਹੀਂ ਕਹਿੰਦਾ ਕਿ ਪੰਜਾਬ ਦੀ ਪੋਲੀਟੀਕਲ ਲੀਡਰਸ਼ਿਪ ਨੂੰ ਪਤਾ ਨਹੀਂ ਹੈ, ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਸਾਰੇ ਪ੍ਰੋਸੈਸ 'ਚ ਪਿਛਲੇ 25-30 ਸਾਲਾਂ ਤੋਂ ਇੱਕ ਜਿਹੜੀ ਪੋਲੀਟੀਕਲ ਵਿਲ ਹੁੰਦੀ ਹੈ, ਉਹਨਾਂ ਦੀ ਅਕਲ ਦੇ ਉੱਤੇ ਨਹੀਂ, ਉਹਨਾਂ ਦੀ ਨੀਅਤ ਦੇ ਉੱਤੇ ਸ਼ੱਕ ਹੈ। ਪੋਲੀਟੀਕਲ ਵਿਲ ਉਹ ਕਿਤੇ ਗਵਾ ਚੁੱਕੇ ਨੇ ਜਾਂ ਉਹਨਾਂ ਨੂੰ ਲੱਗਦਾ ਕਿ ਇਹਦੀ ਲੋੜ ਨਹੀਂ ਹੈ। ਪਰ ਇਹ ਪੰਜਾਬ ਦੇ ਪੂਰੇ ਪੰਜਾਬ ਦੇ ਨੂੰ ਲਿਵੇਬਲ ਬਣਾਉਣ 'ਚ ਤੇ ਸੋਸਾਇਟੀ ਨੂੰ ਠੀਕ ਕਰਨ 'ਚ ਇਹ ਠੀਕ ਨਹੀਂ ਹੋ ਰਿਹਾ ਕੰਮ। ਜੀ, ਤੁਹਾਡੀ ਗੱਲ ਬਿਲਕੁਲ ਸਪਸ਼ਟ ਹੋ ਗਈ ਹੈ। ਮੈਨੂੰ ਲੱਗਦਾ ਕਿ ਜਿਹੜੇ ਸਾਡੇ ਦਰਸ਼ਕ ਹੋਣਗੇ ਅੱਜ ਥੋੜਾ ਜਿਹਾ ਉਹ ਕਨਫਿਊਜ਼ ਹੋ ਗਏ ਹੋਣਗੇ ਕਿ ਜਿੱਦਾਂ ਦੀਆਂ ਗੱਲਾਂ ਕਰੀ ਜਾਂਦੇ ਨੇ ਇਦਾਂ ਦੀ ਚੋਣਾਂ 'ਚ ਤੇ ਨਹੀਂ ਹੋ ਰਹੀ, ਪਰ ਫਿਰ ਵੀ ਇਹ ਸਾਰੇ ਮੁੱਦਿਆਂ ਨੂੰ ਲੋਕਾਂ ਨੂੰ ਯਾਦ ਕਰਾਉਣਾ ਬਹੁਤ ਅਹਿਮ ਹੁੰਦਾ। ਤੁਸੀਂ ਸਾਰੇ ਅੱਜ ਦੀ ਚਰਚਾ ਸ਼ਾਮਲ ਹੋਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਚੋਣਾਂ ਨੂੰ ਜਮਹੂਰੀਅਤ ਦਾ ਅਹਿਮ ਮੌਕਾ ਮੰਨਿਆ ਜਾਂਦਾ ਹੈ। ਪੰਜਾਬ ਵਿੱਚ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਤੋਂ ਪਹਿਲਾਂ ਜੋ ਚਰਚਾ ਚੱਲ ਰਹੀ ਹੈ ਉਸ ਨਾਲ ਇਸ ਧਾਰਨਾ ਦਾ ਕੋਈ ਮੇਲ ਨਹੀਂ ਬਣਦਾ, ਸਗੋਂ ਚੋਣਾਂ ਦਾ ਜਮਹੂਰੀਅਤ ਨਾਲ ਨਾਤਾ ਹੀ ਸਵਾਲਾਂ ਦੇ ਘੇਰੇ ਵਿੱਚ ਆ ਗਿਆ ਜਾਪਦਾ ਹੈ। ਜਿਨ੍ਹਾਂ ਚੋਣਾਂ ਤੋਂ ਲੋਕਾਂ ਦੇ ਸਵਾਲ ਸੁਲਝਾਉਣ ਦੀ ਤਵੱਕੋਂ ਕੀਤੀ ਜਾਂਦੀ ਸੀ ਉਹ ਆਪ ਸਵਾਲਾਂ ਦੇ ਘੇਰੇ ਵਿੱਚ ਨੇ। ਇਹਨਾਂ ਹਾਲਾਤ ਵਿੱਚ ਸਿਆਸੀ ਪਾਰਟੀਆਂ ਦੀ ਕਾਰਗੁਜ਼ਾਰੀ ਨੂੰ ਪਰਖਣ ਦਾ ਪੈਮਾਨਾ ਕੀ ਹੋ ਸਕਦਾ ਹੈ, ਜਰਾ ਤੁਸੀਂ ਵੀ ਸੋਚਣਾ। ਨਮਸਕਾਰ, ਸਤਿ ਸ੍ਰੀ ਅਕਾਲ, ਖੁਦਾ ਹਾਫਿਜ਼। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ YouTube ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।